ਇਹ ਜ਼ਰੂਰੀ ਨਹੀਂ ਹੁੰਦਾ ਕਿ ਸਦਾ ਸ਼ਬਦ ਤੁਹਾਡੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ। ਅਕਸਰ ਇਹ ਵਹਿਣ ਡੂੰਘੇ ਵਗਦੇ ਆ ਤੇ ਬੰਦਾ ਗਲ ਡੁੱਬ ਜਾਂਦਾ ਹੈ। ਸ਼੍ਰੀ ਦਰਬਾਰ ਸਾਹਿਬ ਦਾ ਜ਼ਿਕਰ ਆਵੇ ਔਰ ਜੂਨ 84 ਭੁੱਲ ਜਾਏ, ਇਹ ਨਹੀਂ ਹੁੰਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਜ਼ਖਮੀ ਹੋਏ ਸਰੂਪ ਦਾ ਜ਼ਿਕਰ ਕਰਦਿਆਂ ਅਥਰੂ ਭਰ ਲੈਂਦੇ ਆ ਤੇ ਫਿਰ ਕੌਮ ਦੀ ਪੀੜ ਦਾ ਅਹਿਸਾਸ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੁੰਦਾ। ਲਾਂਬਾ ਸਾਹਿਬ ਸਾਡੇ ਨਾਲ ਨੇ। ਇਸ ਮੁਕੱਦਸ ਸਥਾਨ ਸ਼੍ਰੀ ਦਰਬਾਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਕੀ ਕੁਝ ਪਿਆ ਹੈ, ਇਹਦੀ ਯਾਤਰਾ ਕਰਨ ਲੱਗਿਆਂ ਬੰਦਾ ਕਿੱਥੇ ਪਹੁੰਚਦਾ ਹੈ, ਇਹ ਬੜਾ ਅਹਿਮ ਸਵਾਲ ਆ। ਅਸੀਂ ਤਕਲੀਫ ਦੇ ਦੌਰ ਵੀ ਹੰਡਾਏ ਆ ਤੇ ਮਾਣਮੱਤੀਆਂ ਰਵਾਇਤਾਂ ਦੇ ਨਾਲ ਖਹਿ ਕੇ ਵੀ ਤੁਰੇ ਆ। ਮੈਂ ਇੱਕ ਦੋ ਵਾਰੀ ਗੈਰ ਰਸਮੀ ਗੱਲਬਾਤ ਦੇ ਵਿੱਚ ਸਰਦਾਰ ਸਾਹਿਬ ਤੋਂ ਹਰਿਮੰਦਰ ਸਾਹਿਬ ਦੀ ਯਾਤਰਾ ਦਾ ਜੋ ਸਵਾਦ ਲਿਆ, ਮੈਂ ਉਹ ਤੁਹਾਡੇ ਨਾਲ ਸ਼ੁਰੂ ਕਰਨਾ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਗੋਲੀ ਦਾ ਮਾਮਲਾ ਜਿਹੜਾ ਹੈ, ਇਹ ਬੜਾ ਅਹਿਮ ਤੇ ਸੰਵੇਦਨਸ਼ੀਲ ਹੈ। ਲਾਂਬਾ ਸਾਹਿਬ ਜ਼ਰਾ ਖੁੱਲ ਕੇ ਦੱਸਿਓ। ਮੇਰੇ ਸ਼ਬਦ ਬਹੁਤ ਛੋਟੇ ਨੇ ਔਰ ਮੈਂ ਸ਼ਾਇਦ ਉਸ ਜਗ੍ਹਾ ਤੱਕ ਨਾ ਪਹੁੰਚ ਸਕਾਂ ਜਿੱਥੋਂ ਤੱਕ ਤੁਸੀਂ ਦੇਖ ਪਾ ਰਹੇ ਹੋ। ਰੰਧਾਵਾ ਸਾਹਿਬ, ਅੱਜ ਜੋ ਉਸ ਇਤਨੇ ਵੱਡੇ ਘੱਲੂਕਾਰੇ ਦੀ ਅਸੀਂ ਗੱਲ ਕਰ ਰਹੇ ਹਾਂ, ਤੁਹਾਡੇ ਸ਼ਬਦ ਨਹੀਂ, ਸਾਰੀ ਕੌਮ ਦੇ ਮਿਲਾ ਕੇ ਵੀ ਬਹੁਤ ਬੌਣੇ ਹੈ, ਬਹੁਤ ਊਣੇ ਰਹਿ ਜਾਣਗੇ, ਉਹਦਾ ਸਹੀ ਬਿਆਨ ਨਹੀਂ ਕਰ ਸਕਦੇ। ਇੱਕ ਗੋਲੀ ਜਿਹੜੀ ਦਰਬਾਰ ਸਾਹਿਬ ਨੂੰ ਲੱਗੀ, ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਹੈ, ਉਹ ਦਰਬਾਰ ਸਾਹਿਬ ਨੂੰ ਲੱਗੀ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਕਿਹਾ, ਇਹ ਪੋਥੀ ਨਹੀਂ ਹੈ, ਇਹ ਗ੍ਰੰਥ ਨਹੀਂ ਹੈ, ਇਹ ਪ੍ਰਤੱਖ ਵਾਹਿਗੁਰੂ ਹੈ। ਇਹ ਗੋਲੀ ਜਿਹੜੀ ਲੱਗੀ ਹੈ, ਇਹ ਗੁਰੂ ਅਰਜਨ ਦੇਵ ਜੀ ਨੂੰ ਲੱਗੀ ਹੈ। ਇਹ ਪਰਮਾਤਮਾ ਦੇ ਸੀਨੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ, ਹਿਮਾਕਤ ਕੀਤੀ ਗਈ ਹੈ। ਗੋਲੀ ਦੇ ਨਾਲ ਸਾਡਾ ਪੁਰਾਣਾ ਵਾਸਤਾ ਹੈ, ਬਹੁਤ ਪੁਰਾਣਾ ਇਤਿਹਾਸ ਜੁੜਿਆ ਹੈ। ਨਨਕਾਣਾ ਸਾਹਿਬ ਦੇ ਵਿੱਚ ਵੀ ਤੁਹਾਨੂੰ ਯਾਦ ਹੋਏਗਾ, ਉਹ ਜਿਹੜੀ ਪ੍ਰਕਾਸ਼ ਹੋਈ ਭੀੜ ਸੀ, ਜਿੱਥੇ ਪ੍ਰਕਾਸ਼ ਕੀਤਾ ਸੀ, ਮਹੰਤ ਨਾਰਾਇਣ ਦਾਸ ਨੇ ਗੋਲੀ ਚਲਾਈ ਸੀ ਔਰ ਗੁਰੂ ਗ੍ਰੰਥ ਸਾਹਿਬ ਨੂੰ ਵਿੰਨ ਗਈ ਸੀ। ਔਰ ਉਹ ਭੀੜ ਮਹਾਰਾਜ ਦੀ ਉਹ ਸਿੱਖਾਂ ਨੇ ਸਾਂਭ ਕੇ ਸੀਨੇ ਨਾਲ ਹਿੱਕ ਨਾਲ ਲਾ ਕੇ ਰੱਖੀ ਹੈ। ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 300 ਸਾਲਾ ਸ਼ਹੀਦੀ ਪੁਰਬ ਮਨਾਇਆ ਸੀ, ਉਹ ਉਸ ਪਾਵਨ ਭੀੜ ਜਿਹਨੂੰ ਗੋਲੀ ਲੱਗੀ ਸੀ, ਉਹਦੇ ਨਾਲ, ਉਹਦੀ ਛਤਰ ਛਾਇਆ ਹੇਠ ਉਹ ਭੀੜ ਜਿਹੜੀ ਸੀ ਦਿੱਲੀ ਗਈ ਸੀ ਅਨੰਦਪੁਰ ਸਾਹਿਬ ਤੋਂ, ਉਹ ਨਗਰ ਕੀਰਤਨ ਉਸ ਜਲੂਸ ਦੇ ਵਿੱਚ। ਸੋ ਇਹ ਤਾਂ ਇੱਕ ਸ਼ੁਰੂਆਤ ਸੀ, ਬਲਕਿ ਦੋ ਗੋਲੀਆਂ ਦਾ, ਇੱਕ ਗੋਲੀ ਦਾ, ਇੱਕ ਗੋਲੇ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ। ਇੱਕ ਗੋਲੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੱਗੀ, ਦੂਜੀ ਗੋਲੀ ਜਿਹੜਾ ਗੋਲਾ ਦਾਗਿਆ ਗਿਆ, ਉਹ ਅਕਾਲ ਤਖਤ ਸਾਹਿਬ ਦੇ ਗੁੰਬਦ ਦੇ ਉੱਤੇ ਮਾਰਿਆ ਗਿਆ। ਉੱਥੇ ਕੌਣ ਲਟਕਿਆ ਸੀ, ਉੱਥੇ ਕੌਣ ਸੀਗਾ? ਉਹ ਅਸਲ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਸੀ। ਇਹ ਦੋ ਜਿਹੜੇ ਹੈ, ਇਹਨਾਂ ਦੇ ਦੁਆਲੇ ਸਾਡਾ ਮੌਜੂਦਾ ਸਾਰੇ ਦਾ ਸਾਰਾ ਇਤਿਹਾਸ ਘੁੰਮਦਾ ਹੈ ਔਰ ਆਉਣ ਵਾਲਾ ਭਵਿੱਖ ਵੀ ਇਹਦੇ ਤੇ ਹੀ ਨਿਰਭਰ ਕਰੇਗਾ। ਜੀ ਲਾਂਬਾ ਸਾਹਿਬ, ਜਦੋਂ ਤੁਸੀਂ ਗੱਲ ਕਰਦੇ ਹੋ ਕਿ ਇੱਕ ਗੋਲੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਹੁੰਦੀ ਆ, ਜਦੋਂ ਉਹ ਗੋਲੀ ਮਹੰਤ ਦੀ ਉਸ ਰਾਈਫਲ ਚੋਂ ਨਿਕਲੀ, ਤੇ ਦੂਜੀ ਗੋਲੀ ਜਿਹੜੀ ਸਾਨੂੰ ਸੁਚੇਤ ਕਰਦੀ ਆ ਕਿ ਜੇ ਜਿਉਂਦੇ ਰਹੋਗੇ, ਜੇ ਜਾਗਦੇ ਰਹੋਗੇ, ਜਾਗਰੂਕ ਰਹੋਗੇ, ਮੁਕਾਬਲਾ ਕਰ ਲੋਗੇ। ਅਦਰਵਾਈਜ਼ ਵਿਚਾਰ ਦੇ ਉੱਤੇ ਔਰ ਖਾਸ ਤੌਰ ਤੇ ਸ਼ਬਦ ਤੇ ਹਮਲਾ, ਇਹ ਬੜਾ ਗਿਣਿਆ ਮਿਥਿਆ ਹੈ ਔਰ ਇਹਨੇ ਹੁੰਦੇ ਰਹਿਣਾ। ਜੇ ਨਾ ਜਾਗੇ ਤਾਂ ਸ਼ਾਇਦ ਸਾਡਾ ਵੀ ਇਤਿਹਾਸ ਦੇ ਵਿੱਚ ਹੀ ਕੋਈ ਖੁਰਾ ਖੋਜ ਮਿਲੂਗਾ। ਉਹ ਕਹਿੰਦੇ ਹੁੰਦੇ ਨਾ ਕਿ ਦਾਸਤਾਂ ਤੱਕ ਨਾ ਹੋਗੀ ਤੁਮਾਰੀ ਦਾਸਤਾਨੋਂ ਮੇਂ। ਜੀ ਬਿਲਕੁਲ, ਉਹ ਜਿਹੜੀ ਗੋਲੀ ਨਨਕਾਣਾ ਸਾਹਿਬ ਮਹੰਤ ਨੇ ਮਾਰੀ ਸੀ, ਉਸ ਦੇ ਬਾਅਦ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲੀ, ਸ਼੍ਰੋਮਣੀ ਅਕਾਲੀ ਦਲ ਮਿਲਿਆ, ਉਹਦੇ ਬਾਅਦ ਸਿੱਖ ਰਹਿਤ ਮਰਿਆਦਾ ਮਿਲੀ। ਇਹਦਾ ਮਤਲਬ ਉਹ ਇੱਕ ਗੋਲੀ ਹੈ, ਇੱਕ ਕੁਰਬਾਨੀ ਹੈ। ਇਹ ਤਾਂ ਬਿਲਕੁਲ ਇਦਾਂ ਹੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੇ ਕੌਮ ਨੂੰ ਅਕਾਲ ਤਖਤ ਸਾਹਿਬ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਖਾਲਸਾ ਪੰਥ ਦਿੱਤਾ। ਔਰ ਇਹ ਜਿਹੜੀਆਂ ਦੋ ਗੋਲੀਆਂ ਲੱਗੀਆਂ, ਇਹਨੇ ਸਿੱਖ ਕੌਮ ਦਾ ਆਉਣ ਵਾਲੀ ਸਦੀ ਵਿੱਚ ਭਵਿੱਖ ਤੈਅ ਕਰ ਦਿੱਤਾ। ਇਹ ਲੋਕੀ ਭੁੱਲ ਜਾਣ ਕਿ ਉਹ ਪੁਰਾਣੇ ਸਿੱਖ ਹੋਰ ਸੀਗੇ, ਹੁਣ ਹੋਰ ਹੈ, ਹੁਣ ਅਸੀਂ ਬਦਲ ਗਏ। ਇਹੀ ਭੁਲੇਖਾ ਹਰ ਵੇਲੇ ਹਕੂਮਤਾਂ ਨੂੰ, ਹਾਕਮਾਂ ਨੂੰ ਲੱਗਿਆ ਰਹਿੰਦਾ ਹੈ। ਹੁਣ ਸਿੱਖ ਜਿਹੜੇ ਆ, ਉਹ ਸ਼ਾਇਦ ਸਾਡੇ ਵਰਗਿਆਂ ਨੂੰ ਦੇਖ ਕੇ ਕਹਿੰਦੇ ਆ ਉਹ ਸਿੱਖ ਖਤਮ ਹੋ ਗਏ। ਜੀ ਲਾਂਬਾ ਸਾਹਿਬ, ਦਰਬਾਰ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਦੂਜੇ ਲਫ਼ਜ਼ਾਂ 'ਚ ਗੋਲਡਨ ਟੈਂਪਲ ਦੁਨੀਆ ਲਈ, ਉਹਦੀ ਯਾਤਰਾ ਕਰਾਇਓ। ਕਿਉਂਕਿ ਮੈਂ ਜਿਹੜਾ ਵਿਸਮਾਦੀ ਸਵਾਦ ਲਿਆ ਨਾ ਤੁਹਾਡੇ ਕੋਲ, ਉਹ ਯਾਤਰਾ ਕਰਦੇ ਆ, ਇਤਿਹਾਸ ਵੱਲ ਫੇਰ ਜਾਂਦੇ ਆ।
ਮੈਨੂੰ ਉਹ ਯਾਤਰਾ ਕਰਾਇਓ। ਜਿਹੜੇ ਯਾਤਰਾ ਕਰਦਿਆਂ ਕਰਦਿਆਂ ਉਦੋਂ ਜੂਨ 6 ਨੂੰ 5 ਨੂੰ ਉਹਨਾਂ ਦਿਨਾਂ 'ਚ ਲੋਕ ਗੁਰਪੁਰਬ ਲਈ ਆਏ ਸੀ, ਉਹ ਫੌਤ ਹੋ ਗਏ, ਸ਼ਹੀਦੀਆਂ ਪਾ ਗਏ, ਲੇਖੇ ਲੱਗ ਗਏ। ਸੋ ਉਹ ਯਾਤਰਾ ਤੇ ਆਏ ਸੀ, ਉਹ ਬਸਮਾਦੀ ਸਵਾਦ ਲਈ ਆਏ ਸੀ, ਤੇ ਮੈਨੂੰ ਵੀ ਜ਼ਰਾ ਉਹ ਘੁੱਟ ਭਰਾਇਓ। ਗੱਲ ਇਹ ਹੈ ਕਿ ਹਰ ਸਿੱਖ ਜਿੱਥੇ ਵੀ ਵਸਦਾ, ਸਾਰੇ ਸੰਸਾਰ ਵਿੱਚ, ਉਹ ਦਿਨ ਰਾਤ ਜਦੋਂ ਵੀ ਅਰਦਾਸ ਕਰਦਾ, ਉਹਦੇ ਵਿੱਚ ਇੱਕ ਮੰਗ ਕਰਦਾ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਇਹ ਬਹੁਤ ਅਹਿਮ ਹੈ। ਇਹ ਜਿਹੜੀ ਅਰਦਾਸ ਕਰਦਾ, ਇਹਦੇ ਨਾਲ ਹੋਰ ਮੰਗਾਂ ਵੀ ਮੰਗਦਾ ਹੈ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਇਹਨਾਂ ਸਾਰਿਆਂ ਨੂੰ ਯਾਦ ਕਰਦਿਆਂ ਹੋਇਆਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਮੰਗ ਕਰਦਾ ਹੈ। ਹੁਣ ਅੰਮ੍ਰਿਤਸਰ ਕੀ ਹੈ? ਅੰਮ੍ਰਿਤਸਰ ਕੀ ਚੀਜ਼ ਹੈ? ਮੈਂ ਥੋੜਾ ਜਿਹਾ ਬਿਲਕੁਲ ਸੰਖੇਪ ਵਿੱਚ ਦੱਸ ਦਿਆਂ। ਸ੍ਰੀ ਅੰਮ੍ਰਿਤਸਰ ਸਰੋਵਰ ਹੈ। ਸ੍ਰੀ ਅੰਮ੍ਰਿਤਸਰ ਇੱਕ ਸਰੋਵਰ ਹੈ। ਅੰਮ੍ਰਿਤਸਰ ਸਰੋਵਰ ਦੇ ਨਾਂ ਦੇ ਉੱਤੇ ਹੀ ਅੰਮ੍ਰਿਤਸਰ ਸ਼ਹਿਰ ਵਸਿਆ। ਉਹ ਅੰਮ੍ਰਿਤਸਰ ਸ਼ਹਿਰ ਵਸਿਆ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤ ਸਰੋਵਰ ਹੈ। ਉਸ ਦੇ ਵਿਚਕਾਰ ਟਾਪੂ ਦੇ ਉੱਤੇ ਦਰਬਾਰ ਸਾਹਿਬ ਹੈ। ਉਸ ਦੀ ਪਰਿਕਰਮਾ ਦੇ ਵਿੱਚ ਹਰਮੰਦਰ ਸਾਹਿਬ, ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਹੈ। ਇਸ ਦੀ ਉਸਤਤ, ਗੱਲ ਇਹ ਹੈ ਕਿ ਹਰਮੰਦਰ ਸਾਹਿਬ ਦੀ ਉਸਤਤ ਕਰਨੀ ਇਸੇ ਤਰ੍ਹਾਂ ਹੀ ਹੈ ਜਿਵੇਂ ਮੌਲਾਨਾ ਰੂਮੀ ਨੇ ਕਿਹਾ ਸੀ, ਖੁਦ ਨਾ ਬਾਸ਼ਦ ਆਫਤਾਬੇ ਰਾ ਦਲੀਲ, ਸੂਰਜ ਕਦੀ ਆਪਣੀ ਤਾਰੀਫ ਨਹੀਂ ਕਰਦਾ। ਉਹ ਖੜਾ ਹੈ, ਉਹ ਹਰ ਕਿਸੇ ਨੂੰ ਸੱਦਾ ਦੇ ਰਿਹਾ ਹੈ ਔਰ ਦੱਸੀ ਜਾ ਰਿਹਾ ਹੈ ਕਿ ਇਹ ਕੀ ਹੈ। ਇਹਦੀ ਉਸਤਤ ਕਰਦੇ ਆ, ਉਸਤਤ ਕੀਤੀ ਜਾ ਸਕਦੀ ਹੈ। ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਇਹਦੇ ਬਾਰੇ ਕਿਹਾ, ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ। ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਹੈ। ਇਹਦੇ ਵਿੱਚ ਹਰਮੰਦਰ ਸਾਹਿਬ ਦਰਬਾਰੇ ਆਮ ਹੈ ਤੇ ਅਕਾਲ ਤਖਤ ਸਾਹਿਬ ਦਰਬਾਰੇ ਖਾਸ ਹੈ। ਇਹ ਸ਼ਹਿਰ ਜੋ ਹੈ, ਇਸ ਸ਼ਹਿਰ ਦੀ ਉਸਤਤ ਕਰਦੇ ਆ ਗੁਰੂ ਸਾਹਿਬ ਨੇ ਕਿਹਾ, ਅੰਮ੍ਰਿਤਸਰ ਸਤਗੁਰ ਸਤਵਾਦੀ ਜਿੱਤੇ ਜਿਤ ਨਾਤੇ ਕਊਆ ਹੰਸ ਹੋਏ। ਇਸ ਸਰੋਵਰ ਜਦੋਂ ਮੁਕੰਮਲ ਹੋ ਗਿਆ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਉਚਾਰਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਇਆ ਜਗੰਤਰ ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ। ਇਹਦੀ ਉਸਤਤ ਹਜ਼ੂਰ ਨੇ ਖੁਦ ਕੀਤੀ। ਔਰ ਇਹਦੇ ਬਾਰੇ ਇਹ ਕਿਹਾ ਜਾ ਸਕਦਾ ਹੈ, ਜਿਵੇਂ ਭਾਈ ਨੰਦ ਲਾਲ ਜੀ ਕਹਿ ਉੱਠੇ ਹੈ ਕਿ ਚੇ ਆਲਾ ਚੇ ਅਦਨਾ ਹੰਬਰ ਦਰਸ਼, ਸਰਫ ਗੰਦਾ ਵ ਬੰਦਾ ਹੋ ਚਾਕਰਸ਼। ਭਾਵੇਂ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਹੋਏ, ਭਾਵੇਂ ਕੋਈ ਸ਼ਹਿਨਸ਼ਾਹ ਹੋਏ, ਭਾਵੇਂ ਕੋਈ ਮਹਾਰਾਣੀ ਹੋਏ, ਭਾਵੇਂ ਕੋਈ ਕਿਰਤੀ ਹੋਏ, ਉਹ ਸਾਰੇ ਦੇ ਸਾਰੇ ਇੱਥੇ ਆ ਕੇ ਇਹਦੇ ਦਰ ਦੇ ਉੱਤੇ ਟਹਿ ਪੈਂਦੇ ਆ। ਇਸ ਦਰ ਤੋਂ ਮੰਗਿਆ ਜਾ ਸਕਦਾ ਹੈ, ਇੱਥੇ ਕੋਈ ਕੁਝ ਦੇ ਨਹੀਂ ਸਕਦਾ। ਇਹਦੇ ਬਾਰੇ ਜਿਹੜਾ ਕੌਣ ਆ ਸਕਦਾ ਹੈ, ਕੌਣ ਨਹੀਂ ਆ ਸਕਦਾ, ਇਹ ਇਤਨਾ ਸਰਬ ਸਾਂਝਾ ਸਥਾਨ ਹੈ ਜਿਹਦੇ ਬਾਰੇ ਇੱਕ ਲਫ਼ਜ਼ ਕਿਹਾ ਜਾਏ, ਭਾਈ ਨੰਦ ਲਾਲ ਜੀ ਕਹਿੰਦੇ ਹੈ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੈਂ ਸ਼ਬਦ। ਭਾਵੇਂ ਕੋਈ ਸੂਫੀ ਹੈ, ਭਾਵੇਂ ਕੋਈ ਜ਼ਾਹਿਦ ਹੈ, ਪਰਹੇਜ਼ਗਾਰ ਹੈ, ਭਾਵੇਂ ਉਹ ਲਟ ਬੋਰੂ ਫਕੀਰ ਹੈ, ਗਾਹੇ ਕਲੰਦਰ ਮੈਂ ਸ਼ਬਦ, ਰੰਗ ਹਾਏ ਮੁਖਤਲਿਫ ਦਾਰਦ ਬਤੇ ਯਾਰੇ ਮਾਂ। ਹੇ ਵਾਹਿਗੁਰੂ, ਤੂੰ ਕਿਤਨਾ ਕਮਾਲ ਦਾ ਚਿੱਤਰਕਾਰ ਹੈ, ਤੂੰ ਹਰ ਕਿਸੇ ਵਿੱਚ ਆਪਣਾ ਰੂਪ ਪਾ ਦਿੱਤਾ ਹੈ। ਪਰ ਇਸ ਸ਼ਹਿਰ ਦੀ ਕਮਾਲ ਜਿਹੜੀ ਸੀ, ਉਹਦੀ ਸ਼ਹਿਰ ਨੂੰ ਚਿੱਤਰਣ ਦੀ, ਸ਼ਹਿਰ ਬਣਾਉਣ ਦੀ ਉਹ ਜਿਹੜੀ ਵਿਉਂਤਬੰਦੀ ਸੀ, ਉਹ ਗੁਰੂ ਸਾਹਿਬ ਦੀ ਕਮਾਲ ਸੀਗੀ। ਉਹ ਜ਼ਰੂਰ ਇੱਕ ਲਫ਼ਜ਼ ਵਿੱਚ ਕਹਿਣੀ ਬਣਦੀ ਹੈ ਕਿ ਆਮ ਤੌਰ ਦੇ ਉੱਤੇ ਪੁਰਾਣੀ ਜਿਹੜੀ ਭਾਰਤ ਦੀ ਸੰਸਕ੍ਰਿਤੀ ਦੇ ਮੁਤਾਬਕ ਨਗਰ ਦੇ ਸ਼ਹਿਰਾਂ ਦੇ ਪੂਰਬ ਵਾਲੇ ਪਾਸੇ ਜਿਹੜੇ ਸੀਗੇ, ਉਹ ਉੱਚੀਆਂ ਜ਼ਾਤਾਂ ਵਾਲਿਆਂ ਨੂੰ ਕੀਤਾ ਜਾਂਦਾ ਸੀਗਾ। ਉੱਚੀਆਂ ਜ਼ਾਤਾਂ, ਨੀਵੀਆਂ ਜਿਨ੍ਹਾਂ ਖੋਤੀ ਨੀਵੀਆਂ ਜ਼ਾਤਾਂ ਨੂੰ ਪੱਛਮ ਵਾਲੇ ਪਾਸੇ ਹੁੰਦਾ ਸੀਗਾ। ਪਰ ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ, ਪੂਰਬ ਵਾਲੇ ਪਾਸੇ ਉਹ ਸਾਰੀਆਂ ਨੀਵੀਆਂ ਜ਼ਾਤਾਂ ਵਾਲਿਆਂ ਨੂੰ ਲਿਆ ਕੇ ਉੱਥੇ ਉਹਨਾਂ ਨੂੰ ਵਸਾਇਆ। ਇੱਕ ਬਹੁਤ ਵੱਡਾ ਵਹਿਮ ਤੋੜਿਆ। ਉਹਦੇ ਚ 52 ਜਾਤੀਆਂ ਦੇ ਕਿਰਤੀ, ਕਾਰੀਗਰ, ਕਲਾਕਾਰ, ਵਪਾਰੀ, ਹਿੰਦੂ, ਮੁਸਲਮਾਨ, ਸਿੱਖ, ਇਹ ਸਾਰਿਆਂ ਨੂੰ ਉੱਥੇ ਵਸਾਇਆ। ਔਰ ਗਲੀ ਅਚਾਰਜਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਮਸਜਿਦ ਦੀ ਉਸਾਰੀ ਵੀ ਕੀਤੀ। ਔਰ ਤਾਈਓ ਕਿਹਾ, ਡਿੱਠੇ ਸਭੇ ਥਾਂ
ਨਹੀਂ ਤੁਧ ਜਿਹਾ ਬੱਧੋ ਪੁਰਖ ਵਿਦਾਤੇ ਤਾ ਤੂੰ ਸੋਇਆ। ਇਹਦੇ ਬਾਰੇ ਇੱਕੋ ਲਫ਼ਜ਼ ਹੈ, ਡਿੱਠੇ ਸਭੇ ਥਾਓ ਨਹੀਂ ਤੁਧ ਜਿਹਾ। ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਐਸੀ ਹੋਰ ਜਗ੍ਹਾ ਨਹੀਂ ਹੈ ਜਿਹੜੀ ਇਹਦੇ ਵਰਗੀ ਹੋਏ। ਤਾਈਓ ਕਰਕੇ ਹਜ਼ੂਰ ਨੇ ਖੁਦ ਕਿਹਾ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਰ। ਇਹ ਇਸ ਅਸਥਾਨ ਦੀ ਬਰੀਫ ਇੰਟਰੋਡਕਸ਼ਨ ਹੈ। ਤੇ ਜਿਹੜੀ ਇਸ ਦੇ ਬਾਰੇ ਲਾਂਬਾ ਸਾਹਿਬ, ਮੈਂ ਥੋੜਾ ਜਿਹਾ ਹੁਣ ਅੱਗੇ ਜਾਊਂਗਾ, ਮੈਨੂੰ ਜ਼ਰੂਰ ਦੱਸਿਓ ਕਿ ਸ਼੍ਰੀ ਦਰਬਾਰ ਸਾਹਿਬ ਦੀ ਅੰਦਰਲੀ ਮਰਿਆਦਾ ਔਰ ਇਹਦੀ ਇਮਾਰਤ ਦੀ ਕੋਈ ਵਿਸ਼ੇਸ਼ ਗੱਲ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਦੱਸਣ ਵਾਲੀ ਆ, ਔਰ ਇੱਕ ਅੰਦਰਲੀ ਮਰਿਆਦਾ ਦਾ ਜ਼ਰੂਰ ਜ਼ਿਕਰ ਕਰਿਓ, ਕਿਉਂਕਿ ਬਾਕੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਉਵੇਂ ਦੀ ਮਰਿਆਦਾ ਹੈ ਲਗਭਗ, ਲੇਕਿਨ ਇੱਥੇ ਫਰਕ ਕੀ ਹੈ ਔਰ ਇਹਦੀ ਇਮਾਰਤ ਦੇ ਵਿੱਚ ਕੀ ਵਿਸ਼ੇਸ਼ ਹੈ? ਜੀ 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 ਬਿਲਕੁਲ। ਰੰਧਾਵਾ ਸਾਹਿਬ, ਜਦੋਂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਹਾਂ, ਪੁਰਾਣਾ ਰਿਕਾਰਡ ਮਿਲਦਾ ਹੈ। ਅੰਗਰੇਜ਼ਾਂ ਨੇ ਇਹਦੇ ਬਾਰੇ ਬਹੁਤ ਕੁਝ ਲਿਖਿਆ ਹੈ, ਇਤਿਹਾਸਕਾਰਾਂ ਨੇ ਲਿਖਿਆ ਹੈ, ਪੁਰਾਤਨ ਸਿੱਖ ਇਤਿਹਾਸਕਾਰਾਂ ਨੇ, ਦੂਜਿਆਂ ਨੇ ਇਹਦੇ ਤੇ ਸੈਂਕੜੇ ਕਿਤਾਬਾਂ ਲਿਖੀਆਂ ਗਈਆਂ ਜਿਹੜੀਆਂ ਕਿ ਉਹ ਸਮਕਾਲੀਨ ਹਨ। ਔਰ ਉਹਨਾਂ ਨੇ ਇਹਦੀ ਸ਼ੁਰੂਆਤ ਜਿਹੜੀ ਕਰਦੇ ਹੈ, ਕਿਉਂਕਿ ਇਹ ਇੱਕ ਵਾਲਡ ਸਿਟੀ ਹੈ, ਇਹਦੇ 13 ਦਰਵਾਜ਼ੇ ਸੀ। ਇਹ ਚਾਰੇ ਪਾਸੇ ਇੱਕ ਨਗਰ ਅੰਮ੍ਰਿਤਸਰ ਦੀਆਂ ਫਸੀਲ ਦੇ 13 ਦਰਵਾਜ਼ੇ ਸੀ। ਔਰ ਇਹਦੀ ਦਰਸ਼ਨਾਂ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਹਾਲ ਗੇਟ ਤੋਂ ਹੁੰਦੀ ਹੈ। ਅੰਗਰੇਜ਼ ਲਿਖਦੇ ਆ, ਕਹਿੰਦਾ ਜਦੋਂ ਸਿੱਖ ਆਉਂਦੇ ਆ ਹਾਲ ਗੇਟ ਦੇ ਉੱਤੇ ਪਹੁੰਚਦੇ ਆ ਤਾਂ ਉੱਥੇ ਉਹ ਨਤਮਸਤਕ ਹੁੰਦੇ ਆ, ਉੱਥੇ ਮੱਥਾ ਟੇਕਦੇ ਆ। ਤੁਸੀਂ ਵੇਖਿਆ ਹੋਣਾ, ਪੋਪ ਵੀ ਜਦੋਂ ਕਿਸੇ ਨਵੇਂ ਨਗਰ ਵਿੱਚ ਜਾਂਦਾ ਹੈ, ਉਤਰ ਕੇ ਜਹਾਜ਼ ਤੋਂ ਥੱਲੇ ਜ਼ਮੀਨ ਦੇ ਉੱਤੇ ਬੋਸਾ ਲੈਂਦਾ, ਉਹ ਚੁੰਮਦਾ ਧਰਤੀ ਨੂੰ, ਮੱਥਾ ਟੇਕਦਾ। ਇਹ ਇੱਕ ਸਤਿਕਾਰ ਦਾ ਬੜਾ ਵੱਡਾ। ਸੋ ਸਿੱਖ ਜਦੋਂ ਆਉਂਦੇ ਸੀ ਹਾਲ ਗੇਟ ਦੇ ਉੱਤੇ, ਉੱਥੇ ਨਤਮਸਤਕ ਹੁੰਦੇ, ਉੱਥੇ ਮੱਥਾ ਡੰਡੋਤ ਕਰਦੇ ਸੀ, ਉੱਥੇ ਮੱਥਾ ਟੇਕਦੇ ਸੀ। ਪਰ ਥੋੜਾ ਜਿਹਾ ਅਜੀਬ ਲੱਗਦਾ, ਉਹ ਕੋਈ ਉਹਦੇ ਤੇ ਗੇਟ ਦੇ ਉੱਤੇ ਗਾਂਧੀ ਗੇਟ ਲਿਖ ਦਿੱਤਾ ਗਿਆ। ਇਹ ਥੋੜੀ ਜੀ, ਇਹਦੇ ਨਾਲ ਕੋਈ ਗਾਂਧੀ ਦੀ ਵੀ ਕੋਈ ਉਸਤਤ ਨਹੀਂ ਹੁੰਦੀ। ਇਹ ਇੱਕ ਬੜੀ ਬੇਤੁਕੀ ਜੀ ਜਿਹੜੀ ਗੱਲ ਹੈ, ਇਹਨੂੰ ਵੀ ਵੇਖਣ ਵਾਲੀ ਹੈ। ਖੈਰ, ਅਸੀਂ ਯਾਤਰਾ ਕਰੀਏ, ਹਰਿਮੰਦਰ ਸਾਹਿਬ ਜਾਂਦਿਆਂ, ਦਰਬਾਰ ਸਾਹਿਬ ਪਹੁੰਚਣ ਲੱਗਿਆ ਸਾਨੂੰ ਰਾਹ 'ਚ ਕੀ ਆਉਂਦਾ, ਤੇ ਅੱਗੇ ਚੱਲਦੇ ਆ ਤੇ ਉਹ ਸਾਰਾਗੜ੍ਹੀ ਹੈ। ਸਾਰਾਗੜ੍ਹੀ ਜਿੱਥੇ 21 ਸਿੱਖ ਸ਼ਹੀਦ ਹੋਏ, ਜਿਨ੍ਹਾਂ ਦੀ ਯਾਦਗਾਰ ਜਿਹੜੀ ਹੈ ਉਹ ਸਾਰਾਗੜ੍ਹੀ ਮੈਮੋਰੀਅਲ ਜਿਹੜਾ ਬੱਸ ਅੱਡੇ ਦੇ ਕੋਲ ਹੈ। ਹਾਲਾਂ ਉਹ ਜਗ੍ਹਾ ਦੇ ਉੱਤੇ ਨਹੀਂ ਹੈ, ਮਤਲਬ ਉਹ ਜਗ੍ਹਾ ਨਹੀਂ ਹੈ, ਪਰ ਉਹਦੀ ਯਾਦ ਵਿੱਚ ਇਹ ਗੁਰਦੁਆਰਾ ਸਾਰਾਗੜ੍ਹੀ ਉਸਾਰਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਉਸ ਤੋਂ ਅੱਗੇ ਆਈਏ ਤੇ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ, ਜਿੱਥੇ 379 ਬੰਦੇ ਸ਼ਹੀਦ ਹੋਏ, ਉਹ ਗੋਲੀਆਂ ਚਲੀਆਂ ਜਨਰਲ ਡਾਇਰ ਦੀਆਂ। ਪਰ ਇੱਕ ਗੱਲ ਹੈ, ਉੱਥੇ ਉਹਨਾਂ ਨੇ ਲੱਗੀਆਂ ਗੋਲੀਆਂ ਨੂੰ ਸਾਂਭ ਕੇ ਰੱਖਿਆ। ਉਹ ਨਿਸ਼ਾਨੀਆਂ ਤੇ ਸ਼ੀਸ਼ੇ ਲਾਏ ਆ, ਕਿਸੇ ਦੀ ਮਜ਼ਾਲ ਨਹੀਂ ਕਿ ਕਿਸੇ ਉੱਤੇ ਖਰੋਚ ਵੀ ਕਰ ਜਾਏ। ਇਹ ਹੈ। ਖੈਰ, ਆਪਣੇ ਬਾਰੇ ਤੇ ਅਸੀਂ ਘੱਟ ਹੀ ਗੱਲ ਕਰਾਂਗੇ। ਉਹਦੀ ਅੱਗੇ ਅਸੀਂ ਚੱਲਦੇ ਹਾਂ, ਫਿਰ ਸਾਨੂੰ ਇੱਕ ਬੜਾ ਵੱਡਾ ਖੁੱਲਾ ਮੈਦਾਨ ਪਲਾਜ਼ਾ ਨਜ਼ਰ ਆਉਂਦਾ। ਦਰਅਸਲ ਰੰਧਾਵਾ ਸਾਹਿਬ ਬੜਾ ਚੁਭਦਾ। ਪਲਾਜ਼ਾ ਲਫ਼ਜ਼ ਜਿਹੜਾ ਹੈ, ਪਲਾਜ਼ਾ ਲਫ਼ਜ਼ ਇੱਕ ਤਫਰੀਹ ਵਾਸਤੇ, ਐਸ਼ੋ ਇਸ਼ਰਤ ਵਾਸਤੇ, ਕੋਈ ਖਰੀਦੋ ਫਰੋਖਤ ਵਾਸਤੇ ਜਾਂ ਘੁੰਮਣ ਵਾਸਤੇ ਇਹ ਜਗ੍ਹਾ ਹੁੰਦੀ ਹੈ। ਯੂਰਪ ਦੇ ਵਿੱਚੋਂ ਇਹ ਲਫ਼ਜ਼ ਸ਼ੁਰੂ ਹੋਇਆ ਸੀ, ਸਪੇਨ ਦੇ ਵਿੱਚੋਂ ਸ਼ੁਰੂ ਹੋਇਆ। ਤੁਸੀਂ ਦੇਖੋਗੇ ਪੁਰਾਤਨ ਜਿਹੜੇ ਇਤਿਹਾਸਕ ਸਥਾਨ ਹੁੰਦੇ ਸੀ, ਜਿਨ੍ਹਾਂ ਨੂੰ ਯਾਦ ਹੈ, ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਦੋਂ ਜਾਂਦੇ ਸੀ, ਤੰਗ ਗਲੀਆਂ, ਤੰਗ ਬਾਜ਼ਾਰਾਂ ਚੋਂ ਲੰਘ ਕੇ ਉੱਤੇ ਗੇਟ ਹੁੰਦਾ ਸੀ। ਗੇਟ ਦੇ ਉੱਤੇ ਦਰਬਾਨ ਖੜੇ ਹੁੰਦੇ, ਸੇਵਾਦਾਰ ਖੜੇ ਹੁੰਦੇ ਸੀ। ਉਹ ਬੰਦੇ ਨੂੰ ਪੁੱਛਦੇ ਸੀ, ਤੇਰੇ ਕੋਲ ਕੋਈ ਇਤਰਾਜ਼ਯੋਗ ਚੀਜ਼ ਤੇ ਨਹੀਂ? ਲਿਖਿਆ ਵੀ ਹੁੰਦਾ ਸੀ, ਬੀੜੀ, ਸਿਗਰਟ, ਤਮਾਕੂ, ਸ਼ਰਾਬ ਇਹ ਅੰਦਰ ਨਹੀਂ ਜਾ ਸਕਦੀ। ਉੱਥੇ ਡੱਬਾ ਹੁੰਦਾ ਸੀ, ਰੱਖ ਦਿੰਦੇ ਸੀ। ਹੁਣ ਉਹ ਖੁੱਲਾ ਲੁੱਗਾ ਕਰ ਦਿੱਤਾ ਗਿਆ, ਜੋ ਮਰਜ਼ੀ ਆਏ, ਜਿਹੜਾ ਮਰਜ਼ੀ। ਮਾਫ ਕਰਨਾ, ਮੈਨੂੰ ਕਹਿੰਦਿਆਂ ਚੰਗਾ ਨਹੀਂ ਲੱਗਦਾ, ਮੈਂ ਖੁਦ ਦੇਖਿਆ ਉਸ ਪਲਾਜ਼ਾ ਦੇ ਉੱਤੇ ਕੁੱਤੇ ਵੀ ਘੁੰਮਦੇ ਦੇਖੇ ਹੈਗੇ ਆ, ਕਿਉਂਕਿ ਕੋਈ ਰੁਕਾਵਟ ਨਹੀਂ ਹੈਗੀ। ਮੇਰੇ ਮਿੱਤਰ ਮਿਨਹਾਜ ਸਾਹਿਬ ਹੈਗੇ ਆ, ਰਣਜੋਤ ਸਿੰਘ ਜਲੰਧਰ ਦੇ, ਉਹ ਦੱਸ ਰਹੇ ਸੀ ਕਿ ਮੈਨੂੰ ਬੜਾ ਮਾੜਾ ਲੱਗਾ। ਸੇਵਾਦਾਰ ਨੂੰ ਮੈਂ ਕਿਹਾ ਕਿ ਬਾਈ ਇੱਥੇ ਗੇਟ ਹੋਣਾ ਚਾਹੀਦਾ। ਕਹਿੰਦੇ ਜੀ ਅਸੀਂ ਚੈੱਕ ਕਰਦੇ ਹਾਂ। ਇੰਨੇ ਨੂੰ ਕੁਛ ਆ ਰਹੇ ਸੀ ਸੱਜਣ ਕਿਰਤੀ ਬੰਦੇ, ਕਹਿੰਦੇ ਮੈਂ ਉਹਨਾਂ ਨੂੰ ਕੋਲ ਜਾ ਕੇ ਪੁੱਛਿਆ, ਆਪਕੇ ਪਾਸ ਬੀੜੀ ਸਿਗਰਟ ਹੈ? ਉਹ ਕਹਿੰਦਾ ਹਾਂ ਜੀ, ਚਾਹੀਏ ਕਿਆ? ਇਹਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ। ਔਰ ਬਲਕਿ ਮੈਨੂੰ ਇੱਕ ਮੇਰੇ ਮਿੱਤਰ ਦੱਸ ਰਹੇ ਸੀ, ਪੁਰਾਣਾ ਰਿਕਾਰਡ ਮੌਜੂਦ ਹੈ, ਅੰਗਰੇਜ਼ਾਂ ਦੀ ਸਕੀਮ ਸੀ ਕਿ ਇਹ ਦਰਬਾਰ ਸਾਹਿਬ ਦੇ ਬਾਹਰਲਾ ਪਾਸਾ ਖੋਲ ਦਿੱਤਾ ਜਾਏ,
ਸਾਰਾ ਜੀ। ਕੁਝ ਖੋਲ ਦਿੱਤਾ ਜਾਏ ਸਿਕਿਉਰਿਟੀ ਰੀਜ਼ਨ ਲਈ। ਇਹੀ ਗੱਲ ਅਕਾਲ ਤਖਤ ਸਾਹਿਬ ਨਾਲ ਵੀ ਕੀਤੀ। ਜਿਹੜਾ ਅਕਾਲ ਤਖਤ ਸਾਹਿਬ ਦੇ ਚਾਰੇ ਪਾਸੇ ਘਿਰਿਆ ਸੀ, ਇਮਾਰਤਾਂ ਸੀ, ਉਹਨੂੰ ਵੀ ਬਿਲਕੁਲ ਖੋਲ ਕੇ ਇੱਕ ਆਈਲੈਂਡ ਦੀ ਤਰ੍ਹਾਂ ਬਣਾ ਦਿੱਤਾ ਗਿਆ। ਸੋ ਇਹ ਅਸੀਂ ਉੱਥੋਂ ਖੈਰ ਪਲਾਜ਼ਾ ਤੋਂ ਨਿਕਲਦੇ ਹਾਂ, ਫਿਰ ਘੰਟਾ ਘਰ ਹੈ, ਉਹਦੇ ਲਈ ਬੜੀ ਕੁਰਬਾਨੀਆਂ ਹੋਈਆਂ। ਉੱਥੇ ਪਹਿਲਾਂ ਉਹਨਾਂ ਨੇ ਚਰਚਨੁਮਾ ਘੰਟਾ ਘਰ ਸੀ, ਕੌਮ ਨੇ ਉਹਦੇ ਲਈ ਬੜੀ ਜਦੋਜਹਿਦ ਕੀਤੀ। ਉਹ ਬਾਅਦ ਵਿੱਚ ਘੰਟਾ ਘਰ ਜਿਹੜਾ ਹੈਗਾ ਇਹ ਬਣਾਇਆ ਮੌਜੂਦਾ, ਜਿਹੜਾ ਆਪਣੇ ਸਿੱਖ ਆਰਕੀਟੈਕਚਰ ਦੇ ਮੁਤਾਬਕ। ਫਿਰ ਉਹਦੇ ਬਾਅਦ ਪਰਿਕਰਮਾ ਹੈ। ਅਸੀਂ ਪਰਿਕਰਮਾ ਕਰਦੇ ਹਾਂ ਆਮ ਤੌਰ ਤੇ, ਜਦੋਂ ਵੀ ਹੁੰਦਾ ਹੈ ਘੰਟਾ ਘਰ ਵਾਲੀ ਬਾਹੀ ਤੋਂ ਥੱਲੇ ਉਤਰਦੇ ਹਾਂ, ਫਿਰ ਖੱਬੇ ਮੁੜਦੇ ਹਾਂ। ਪਰ ਇੱਕ ਗੱਲ ਬੜੀ ਅਜੀਬ ਜੀ ਹੈਗੀ ਹੈ ਕਿ ਜਦੋਂ ਬਲੂ ਸਟਾਰ ਹੋਇਆ ਤੇ ਹਾਲਾਂ ਉਹਨਾਂ ਦਾ ਨਿਸ਼ਾਨਾ ਭਾਵੇਂ ਅਕਾਲ ਤਖਤ ਸਾਹਿਬ ਸੀ, ਪਰ ਉਹਨਾਂ ਨੇ ਵੀ ਇਹ ਪਰਿਕਰਮਾ ਦਾ ਰੂਟ ਲਿਆ, ਪੂਰੀ ਪਰਿਕਰਮਾ, ਔਰ ਬਾਕੀ ਰਸਤੇ ਦੇ ਵਿੱਚ ਹਰ ਚੀਜ਼ ਨੂੰ ਤਬਾਹ ਕਰਦੇ ਆਏ। ਖੈਰ ਪਰਿਕਰਮਾ 'ਚ ਅਸੀਂ ਅੱਗੇ ਵਧੀਏ ਤੇ ਖੱਬੇ ਪਾਸੇ ਤੁਹਾਨੂੰ ਬੁੰਗਾ ਰਾਮਗੜੀਆ ਨਜ਼ਰ ਆਉਂਦਾ ਹੈ। ਬਿਲਕੁਲ, ਉਹਦੀ ਇਮਾਰਤ ਉਹ ਯਾਦਗਾਰ ਹੈ। ਦਿੱਲੀ ਜਿਹੜੀ ਸੀ ਸਿੱਖਾਂ ਨੇ ਲੁੱਟੀ ਸੀ, ਇੱਕ ਵਾਰ ਨਹੀਂ, ਦੋ ਵਾਰ ਨਹੀਂ, 17 ਵਾਰ ਲੁੱਟੀ ਸੀ। ਕਈ 13 ਲਿਖਦੇ ਆ, ਕਈ 17। ਔਰ ਜਿਹੜੇ ਸਿੱਖ ਕਹਿੰਦੇ ਕਿ ਸਿੰਘ ਪੜ੍ਹਦੇ ਹੁੰਦੇ ਸੀ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਗਾ ਸੀਸ ਪੇ ਖੂਬ ਕਰੇਗੀ ਮੌਜ। ਇਹ ਗੱਲ ਉੱਥੇ ਪੂਰੀ ਹੋਈ ਜਦੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦੇ ਕੇ ਤਖਤ ਦੇ ਉੱਤੇ ਬਿਠਾਇਆ। ਜੱਸਾ ਸਿੰਘ ਰਾਮਗੜੀਆ ਉਹ ਤਖਤ ਜਿੱਥੋਂ ਜ਼ੁਲਮ ਦੇ ਹੁਕਮ ਜਾਰੀ ਹੁੰਦੇ ਸੀ, ਉਹ ਹਾਥੀਆਂ ਦੇ ਨਾਲ ਸੰਗਲ ਪਾ ਕੇ ਉਹ ਤਖਤ ਨੂੰ ਪੁੱਟ ਕੇ ਉੱਥੋਂ ਦਿੱਲੀ ਤੋਂ ਅੰਮ੍ਰਿਤਸਰ ਲਿਆ ਕੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਰੱਖਿਆ। ਇਹ ਹੈਗਾ ਦਿੱਲੀ ਦਾ ਤਖਤ ਜਿਹੜਾ ਤੁਹਾਡੇ ਤੇ ਜ਼ੁਲਮ ਕਰਦਾ ਸੀ, ਔਰ ਉਹ ਤਖਤ ਅਜੇ ਵੀ ਪਿਆ ਹੋਇਆ। ਜਦੋਂ ਅਸੀਂ ਹਰਮੰਦਰ ਸਾਹਿਬ ਜਾਈਏ, ਇਹ ਸਾਰੇ ਬੜੇ ਇਤਿਹਾਸਕ ਸਥਾਨ ਹੈਗੇ ਆ, ਉਹ ਤਖਤ ਹਾਲੇ ਵੀ ਪਿਆ। ਉਹਦੇ ਬਾਅਦ ਹੈਗਾ ਦੁੱਖ ਪੰਜਨੀ ਬੇਰੀ। ਇਹ ਉਹ ਪਾਵਨ ਸਥਾਨ ਹੈ ਜਿੱਥੇ ਰਜਨੀ ਦੇ ਪਤੀ ਦਾ ਕੋੜ ਦਾ ਦੂਰ ਹੋਇਆ ਸੀ। ਇਹ ਜਗ੍ਹਾ ਨੂੰ ਗੁਰੂ ਅਰਜਨ ਦੇਵ ਜੀ ਨੇ ਨਾਂ ਇਹਨੂੰ ਦੁੱਖ ਪੰਜਨੀ ਬੇਰੀ ਦਿੱਤਾ। ਉਸ ਦੇ ਬਾਅਦ ਅਗਲੀ ਜਿਹੜੀ ਇੱਕ ਜਗ੍ਹਾ ਹੈ, ਇੱਕ ਥੜਾ ਹੈ, ਉਹਨੂੰ 68 ਤੀਰਥ ਕਿਹਾ ਜੀ। ਹੁਣ ਇਹ 68 ਤੀਰਥ 68 ਤੀਰਥ ਹਿੰਦੂ ਮਾਈਥੋਲੋਜੀ ਦੇ ਹੈ, ਪਰ ਗੁਰੂ ਸਾਹਿਬ ਨੇ ਇਹ ਨਾਂ ਚੁਣਿਆ ਔਰ ਉਹਦੀ ਉਹਨਾਂ ਨੇ ਵਿਆਖਿਆ ਵੀ ਕਰ ਦਿੱਤੀ ਕਿ 68 ਤੀਰਥ ਦੀ ਕੀ ਵਿਆਖਿਆ ਹੈ। ਉਹਨਾਂ ਨੇ ਕਿਹਾ ਕਿ 68 ਤੀਰਥ ਜੈ ਸਾਧ ਪਗ ਧਰੇ, ਜਿਸ ਜਗ੍ਹਾ ਦੇ ਉੱਤੇ ਸੰਤ ਜਨ ਜਿਹੜੇ ਰੱਬ ਦੇ ਪਿਆਰੇ ਜਿੱਥੇ ਪੈਰ ਧਰਦੇ ਉਹ 68 ਤੀਰਥ ਹੈ। ਤੈ ਬੈਕੁੰਠ ਜੈ ਨਾਮ ਉਚਰੇ। ਔਰ ਇਸ ਸਥਾਨ ਦੇ ਉੱਤੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਇਸ ਸਥਾਨ ਤੇ ਬੈਠੇ। ਜਦੋਂ ਸਿੱਖ ਜਾਏ ਇਸ ਸਥਾਨ ਤੇ ਉਚੇਚੇ ਤੌਰ ਦੇ ਉੱਤੇ ਮੱਥਾ ਟੇਕੇ। ਫਿਰ ਇਹਦੇ ਬਾਅਦ ਥੋੜਾ ਅੱਗੇ ਵੱਧਦੇ ਹੋ, ਖੱਬੇ ਪਾਸੇ ਗੁਰੂ ਰਾਮਦਾਸ ਜੀ ਦਾ ਲੰਗਰ ਹੈ। ਦੇਗ ਤੇਗ ਫਤਿਹ ਦਾ ਉਹ ਹੈ, ਦੇਗ ਤੇਗ ਜਗ ਮੈਂ ਦਊ ਚਲੇ, ਰਾਖ ਆਪ ਮੋਏ ਅਵਰ ਨਾ ਦਲੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਹੈਗਾ। ਉਹਦੇ ਸਾਹਮਣੇ ਗੁਰੂ ਕਾ ਬਾਗ ਹੈ ਜਿੱਥੇ ਗੁਰੂ ਸਾਹਿਬ ਬੈਠਦੇ ਸੀ। ਉਸ ਦੇ ਸਾਹਮਣੇ ਗੁਰੂ ਅਰਜਨ ਦੇਵ ਜੀ ਦੇ ਬੈਠਣ ਦਾ ਸਥਾਨ ਸੀ ਮੰਜੀ ਸਾਹਿਬ, ਜਿਹੜਾ ਗੁਰਦੁਆਰਾ ਮੰਜੀ ਸਾਹਿਬ ਹੈ। ਫਿਰ ਅਸੀਂ ਆਈਏ ਪਰਿਕਰਮਾ ਦੇ ਵਿੱਚ ਮੁੜ। ਪਰਿਕਰਮਾ ਦੇ ਵਿੱਚ ਆ ਕੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਹੈ। ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਦੇ ਲੜਦਿਆਂ ਹੋਇਆਂ ਉਹ ਸ਼ਹੀਦ ਹੋਏ ਔਰ ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਸਿਰ ਜਿਹੜਾ ਹੈ ਉਹ ਪਰਿਕਰਮਾ ਦੇ ਵਿੱਚ ਡਿੱਗਾ। जी, जिस दर पे झुके सर ना उसे दर नहीं कहते, जो हर जहां पे झुक जाए उसे सर नहीं कहते। ਇਹ ਸਥਾਨ ਹੈ। ਮੈਨੂੰ ਯਾਦ ਹੈ ਉਸ ਸਥਾਨ ਜਿੱਥੇ ਸੀਸ ਡਿੱਗਾ ਸੀ ਜੀ, ਕਮੇਟੀ ਵੱਲੋਂ ਇੱਕ ਦਾਇਰਾ ਬਣਿਆ ਸੀ, ਉੱਥੇ ਫੁੱਲ ਰੱਖੇ ਹੁੰਦੇ ਸੀ, ਕੋਈ ਸਿੱਖ ਉੱਥੇ ਪੈਰ ਨਹੀਂ ਸੀ ਰੱਖਦਾ। ਸਮਝ ਨਹੀਂ ਆਈ, ਉਹ ਸਥਾਨ ਵੀ ਮਿਟਾ ਦਿੱਤਾ ਗਿਆ, ਉਹਨੂੰ ਵੀ ਖਤਮ ਕਰ ਦਿੱਤਾ ਗਿਆ। ਖੈਰ ਉਹਨਾਂ ਦੀ ਕੋਈ ਮਜਬੂਰੀ ਜਾਂ ਕੋਈ ਹੋਰ ਸੋਚ ਹੋਏਗੀ। ਉਹਦੇ ਅੱਗੇ ਹੈਗਾ ਅਕਾਲ ਤਖਤ ਸਾਹਿਬ। ਉਹ ਤਾਂ ਇੱਕ ਬਿਲਕੁਲ ਹੀ ਵੱਖਰਾ ਵਿਸ਼ਾ ਹੈ ਜਿਹੜਾ ਕਿ ਪੂਰੇ ਦਾ ਪੂਰਾ ਇਤਿਹਾਸ ਉਹਦੇ ਦੁਆਲੇ ਹੈਗਾ। ਉਸ ਦੇ ਬਾਅਦ ਸਾਹਮਣੇ ਅਸੀਂ ਜਾਈਏ ਤਾਂ ਉੱਥੇ ਦਰਬਾਰ ਸਾਹਿਬ ਨੂੰ ਜਾਣ ਲੱਗਿਆਂ ਬਾਹਰ ਇੱਕ ਪਲੇਟ ਲੱਗੀ ਹੈ ਔਰ ਉਹ ਪਲੇਟ ਜਿਹੜੀ ਹੈ ਬੜੀ ਮਹੱਤਵਪੂਰਨ ਹੈ। ਇਸ ਥਾਂ ਦੇ ਉੱਤੇ ਅੰਦਰ ਸੰਗਤ ਜੁੜੀ ਹੋਈ ਸੀ ਅੰਗਰੇਜ਼ਾਂ ਦੇ ਵੇਲੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੀਗਾ, ਪਰ ਇੱਧਰ ਈਸਟ ਇੰਡੀਆ ਕੰਪਨੀ ਦਾ ਬ੍ਰਿਟਿਸ਼ ਰਾਜ ਸੀਗਾ ਤੇ ਉਹਨਾਂ ਦੇ ਸਮੇਂ ਦੌਰਾਨ ਅਚਾਨਕ ਇੱਕ ਪਹਾੜ ਵਾਲੀ ਬਾਈ ਤੋਂ ਬਹੁਤ ਤੇਜ਼ ਰੋਸ਼ਨੀ ਦਾ ਗੋਲਾ ਆਇਆ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆ ਕੇ ਰੁਕ ਗਿਆ। ਕਾਫੀ ਦੇਰ ਰੁਕਿਆ ਰਿਹਾ ਔਰ ਬਹੁਤ ਜ਼ੋਰ ਦੀ ਆਵਾਜ਼ ਹੋਈ,
ਫਟਿਆ ਔਰ ਦੂਜੇ ਰਸਤਿਓਂ ਬਾਹਰ ਚਲਾ ਗਿਆ। ਔਰ ਇਹ ਇੱਕ ਜਿਹੜੀ ਪ੍ਰਤੱਖ ਕਰਾਮਾਤ ਹੈ ਉਹ ਉੱਥੇ ਸਾਹਮਣੇ ਪਲੇਟ ਦੇ ਉੱਤੇ ਲੱਗੀ ਹੋਈ ਹੈ। ਇਹ ਉਹਨੂੰ ਜਿਵੇਂ ਜ਼ਰੂਰ ਜਿਵੇਂ ਜਿਵੇਂ ਕੋਈ ਅਸਮਾਨੀ ਬਿਜਲੀ ਡਿੱਗਦੀ ਆ, ਇਸ ਤਰ੍ਹਾਂ ਦਾ ਕੋਈ ਜੀ ਵਰਤਾਰਾ ਕੌਤਕ ਹੋਊਗਾ। ਜੀ ਹਾਂ ਕੌਤਕ ਸੀਗਾ, ਪਰ ਉਹਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ, ਰੋਸ਼ਨੀ ਹੋਈ, ਚਕਾਚੌਂਧ ਹੋਇਆ। ਔਰ ਕਿਹਾ ਜਾਂਦਾ ਹੈ ਕਿ ਉਸ ਵੇਲੇ ਅੰਗਰੇਜ਼ ਜਿਹੜੇ ਸੀਗੇ ਉਹ ਇਹਨੂੰ ਚਰਚ 'ਚ ਤਬਦੀਲ ਕਰਨ ਦੀਆਂ ਘਾੜਤਾਂ ਕਰ ਰਹੇ ਜਾਂ ਕੁਝ ਹੋਰ ਕਰ ਰਹੇ ਸੀ, ਉਹਦੇ ਬਾਅਦ ਉਹ ਰੁਕ ਗਏ। ਉਹਦੇ ਥੱਲੇ ਘੜਿਆਲ ਹੈ, ਅਜੇ ਵੀ ਹੈ, ਕਿਉਂਕਿ ਹਰਮੰਦਰ ਸਾਹਿਬ ਦੀ ਮਰਿਆਦਾ ਪਹਿਰੇ ਮੁਤਾਬਕ ਹੈ। ਵਿਸਵੇ ਚਸਿਆ ਘੜਿਆ ਪਹਿਰਾ, ਉਹ ਪਹਿਰਾਂ ਦੇ ਮੁਤਾਬਕ ਹੈ। ਅਜੇ ਵੀ ਜਦੋਂ ਸੰਗਤ ਬਾਹਰ ਬੈਠੀ ਹੁੰਦੀ ਹੈ, ਕਿਵਾੜ ਬੰਦ ਹੁੰਦੇ ਹੈ, ਹਰਮੰਦਰ ਸਾਹਿਬ ਦੇ ਕਿਵਾੜ ਜਿਹੜੇ ਆ ਉਹਦੀ ਕੁੰਡੀ ਅੰਦਰਲੇ ਪਾਸੇ, ਇਹਦਾ ਮਾਲਕ ਅੰਦਰ ਹੈ। ਬਾਹਰ ਬੈਠੀ ਸੰਗਤ 2 ਵਜੇ ਉਹ ਪੜ੍ਹਦੀ ਹੁੰਦੀ ਹੈ, ਦਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕਿਵਾੜ। ਇਹ ਇੱਕ ਕਮਾਲ ਦਾ ਰੂਹਾਨੀ ਵਾਤਾਵਰਣ ਹੈ। ਉਹ ਘੜਿਆਲ ਵੱਜਦਾ ਹੈ ਜਦੋਂ ਅੰਦਰ ਜਾਣ ਦਾ ਸਮਾਂ ਆਉਂਦਾ ਹੈ। ਇਹ ਅਸਲ 100 ਦਰ ਤੋਂ 100 ਘਰ ਦਾ ਸਫ਼ਰ ਹੈ। ਉਹਦੀ ਦਹਲੀਜ਼ ਹੈ, ਦਹਲੀਜ਼ ਦੇ ਉੱਤੇ ਮੱਥਾ ਟੇਕਿਆ ਜਾਂਦਾ ਹੈ। ਦਹਲੀਜ਼ ਇੱਕ ਰਾਮਕਾਰ ਹੁੰਦੀ ਹੈ, ਜਿਹਨੂੰ ਲక్ష్మణ ਰੇਖਾ ਕਹਿ ਲਓ। ਉਸ ਦਰ ਦੇ ਉੱਤੇ ਆ ਕੇ ਲੋਕੀ ਨਮਸਕਾਰਾਂ ਕਰਦੇ ਆ। ਉਹ ਦਹਲੀਜ਼ ਹੈ, ਦਹਲੀਜ਼ ਦੇ ਉੱਤੇ ਕੋਈ ਪੈਰ ਨਹੀਂ ਰੱਖਦਾ, ਉਹਨੂੰ ਟੱਪ ਕੇ ਜਾਂਦੇ ਹੈਗੇ। ਉਹਦੇ ਬਾਅਦ ਇੱਥੇ ਇੱਕ ਹੋਰ ਗੁਰਦੁਆਰਾ ਹੈ ਜਿਹੜਾ ਅਸੀਂ ਮਿਸ ਕਰ ਜਾਂਦੇ ਆ, ਅਸੀਂ ਖਿਆਲ ਨਹੀਂ ਕਰਦੇ ਹੋਏਗਾ, ਦਰਸ਼ਨੀ ਦਿਓੜੀ ਗੁਰਦੁਆਰਾ, ਉਹਦੇ ਉੱਤੇ ਵੀ ਪ੍ਰਕਾਸ਼ ਹੁੰਦਾ ਹੈ। ਇੱਥੇ ਤੋਸ਼ਾਖਾਨਾ ਹੈਗਾ, ਔਰ ਇਹ ਤੋਸ਼ੇਖਾਨੇ ਦੇ ਬਾਅਦ ਫਿਰ ਪੁਰਸਲਾਤ ਹੈ, ਪੁੱਲ ਹੈ, ਪੁਰਸਲਾਤ ਉਹਨੂੰ ਕਹਿੰਦੇ ਆ। ਇਹ ਦਰਬਾਰ ਸਾਹਿਬ ਜਿਹੜਾ ਹੈਗਾ, ਇਹਦੇ ਫਿਰ 3 ਜਿਹੜੇ ਦਰਵਾਜ਼ੇ ਹੈਗੇ ਆ। ਸਾਹਮਣੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਦਾ ਲਿਖਿਆ ਕਿ ਸਤਿਗੁਰੂ ਰਾਮਦਾਸ ਜੀ ਨੇ ਰਣਜੀਤ ਸਿੰਘ ਨੂੰ ਆਪਣਾ ਸੇਵਕ ਜਾਣ ਕੇ ਉਸ ਪਾਸੋਂ ਸੇਵਾ ਕਰਵਾਈ। ਜਿਹੜਾ ਪੂਰਬ ਵਾਲੇ ਪਾਸੇ ਹੈਗਾ ਉਹਦੇ ਉੱਤੇ ਲਿਖਿਆ ਸਤਿਗੁਰੂ ਜੀ ਖਾਲਸਾ ਜੀ ਕਾ ਬੋਲਬਾਲਾ ਰੱਖੇ। ਇਹ ਖਾਲਸਾ ਜੀ ਕੇ ਬੋਲਬਾਲੇ ਆਨੰਦਪੁਰ ਸਾਹਿਬ ਦੇ ਮਤੇ 'ਚ ਇੱਥੋਂ ਲਿਆ ਗਿਆ। ਤੇ ਜਿਹੜਾ ਦੂਜੇ ਪਾਸੇ ਹੈ, ਲਾਇਬ੍ਰੇਰੀ ਵਾਲੇ ਪਾਸੇ ਜਿਹੜਾ ਸੀਗਾ, ਉਹਦੇ ਉੱਤੇ ਪ੍ਰਥਮ ਭਗਉਤੀ ਸਿਮਰ ਕੇ, ਉਹ ਸਾਰਾ ਕੁਝ ਉਹਦੇ ਤੇ ਉਹ ਲਿਖਿਆ ਹੋਇਆ ਹੈ। ਪਹਿਲੀ ਪੌੜੀ ਜਿਹੜੀ ਹੈ ਅਰਦਾਸ ਦੀ ਉਹ ਲਿਖੀ ਹੋਈ ਹੈ, ਪ੍ਰਥਮ ਭਗਉਤੀ। ਫਿਰ ਹਰਮੰਦਰ ਸਾਹਿਬ ਦੇ ਅੰਦਰ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਾਂਗਾ ਕਿ ਅੰਦਰ ਜਿਹੜੀ ਚਿੱਤਰਕਾਰੀ ਹੈ ਉਹ ਸਾਰੇ ਪੰਛੀ ਹੈ, ਕੋਈ ਭਗਤੀ ਕਰ ਰਿਹਾ ਹੈ, ਕੋਈ ਹੋਰ ਇਦਾਂ ਦੇ ਹੈਗੇ ਆ। ਬਲਕਿ ਉਹਦੇ 'ਚ ਇੱਕ ਹੋਰ ਬੜੀ ਕਮਾਲ ਦੀ ਹੈਗੀ ਹੈ ਕਿ ਉਹਦੇ ਵਿੱਚ ਜਿਹੜੀ ਚਿੱਤਰਕਾਰੀ ਹੋਈ ਹੈ, ਇੱਕ ਬੱਕਰੀ ਹੈ, ਕੋਈ ਭਗਤੀ ਕਰ ਰਿਹਾ, ਉਹਦੇ ਨਾਲ ਬੱਕਰੀ ਹੈ, ਦੂਜੇ ਪਾਸੇ ਸ਼ੇਰ ਹੈ। ਸ਼ੇਰ ਜਿਹੜਾ ਉਹ ਬਿੱਲੀ ਦੀ ਤਰ੍ਹਾਂ ਨਿਉਆ ਹੋਇਆ, ਉਹ ਬੱਕਰੀ ਜਿਹੜੀ ਆਕੜ ਕੇ ਖੜੀ ਹੈ। ਜਿਹੜੀ ਗੁਰਬਾਣੀ ਦੱਸ ਰਹੀ ਹੈ ਭਗਤੀ ਦੇ ਨਾਲ ਇਹ ਹੋਏਗਾ, ਸਿੰਘ ਬਿਲਾਈ ਹੋਏਗੇ। ਇਹ ਰੁਤਬਾ ਆ ਜਾਏਗਾ ਕਿ ਜਿਹੜਾ ਸਿੰਘ ਵੀ ਜਿਹੜਾ ਹੈ, ਸ਼ੇਰ ਵੀ, ਉਹ ਬਿੱਲੀ ਦੀ ਤਰ੍ਹਾਂ ਹੋ ਜਾਏਗਾ। ਇਹਦੇ ਬਾਅਦ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰਦੇ ਹਾਂ, ਐਸਾ ਕੋਈ ਸਥਾਨ ਕਿਧਰੇ ਨਹੀਂ ਹੋਏਗਾ। ਤੁਸੀਂ ਦੇਖੋਗੇ ਪ੍ਰਕਾਸ਼ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਪਿੱਛੇ ਗ੍ਰੰਥੀ ਸਿੰਘ ਬੈਠੇ ਆ। ਗ੍ਰੰਥੀ ਸਿੰਘ ਦਾ ਕੀ ਰੁਤਬਾ ਹੁੰਦਾ ਸੀਗਾ, ਮੈਂ ਸਿਰਫ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹਨਾਂ ਨੂੰ ਪਤਾ ਲੱਗਾ ਹਰਮੰਦਰ ਸਾਹਿਬ ਦੇ ਗ੍ਰੰਥੀ, ਉਹਨਾਂ ਦੀ ਮਾਇਕ ਹਾਲਤ ਬਹੁਤ ਕਮਜ਼ੋਰ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸੱਦਾ ਭੇਜਿਆ ਹੈਡ ਗ੍ਰੰਥੀ ਸਾਹਿਬ ਨੂੰ ਕਿ ਤੁਸੀਂ ਮੇਰੇ ਕੋਲ ਆਓ। ਉਹਨਾਂ ਨੇ ਨਾ ਕਰ ਦਿੱਤੀ। ਹਰਮੰਦਰ ਸਾਹਿਬ ਦੇ ਦਰ ਦਾ ਗ੍ਰੰਥੀ ਕਿਸੇ ਹੋਰ ਦੇ ਦਰ ਤੇ ਨਹੀਂ ਜਾ ਸਕਦਾ, ਨਹੀਂ ਜਾ ਸਕਦਾ, ਇਹ ਨਹੀਂ ਜਾ ਸਕਦਾ। ਇਹ ਸਾਡੇ ਲਈ ਸੁਨੇਹਾ ਹੈ, ਇੱਕ ਚੇਤਾਵਨੀ ਹੈ। ਉਹ ਕੋਈ ਸੱਦ ਨਹੀਂ ਸਕਦਾ, ਉਹ ਜਾ ਨਹੀਂ ਸਕਦਾ, ਇਹ ਹੈ। ਔਰ ਉੱਥੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਖੁਦ ਚੱਲ ਕੇ ਆਏ, ਸਮਾਨ ਲੈ ਕੇ ਆਏ। ਜਦੋਂ ਸਿੰਘ ਸਾਹਿਬ ਨੂੰ ਪਤਾ ਲੱਗਾ ਮਹਾਰਾਜਾ ਰਣਜੀਤ ਸਿੰਘ ਆ ਰਹੇ ਆ, ਉਹਨਾਂ ਨੇ ਕਿਵਾੜ ਬੰਦ ਕਰ ਲਏ, ਦਰਵਾਜ਼ਾ ਬੰਦ ਕਰ ਲਿਆ। ਉਹਨਾਂ ਨੇ ਕਿਹਾ ਮਹਾਰਾਜਾ ਸਾਹਿਬ ਨੇ, ਕੀ ਗੱਲ ਹੈ, ਮੈਂ ਆਣਾ ਚਾਹੁੰਦਾ। ਕਹਿੰਦੇ ਭਾਈ ਤੂੰ ਮੈਨੂੰ ਲక్ష్ਮੀ ਦੇਣਾ ਚਾਹੁੰਦਾ, ਉਹ ਅੱਗੇ ਬਹੁਤ ਹੈ, ਫਿਰ ਮੈਂ ਉਹਦੇ ਚ ਉਲਝ ਜਾਵਾਂਗਾ, ਫਿਰ ਮੈਂ ਸੇਵਾ ਤੋਂ ਟੁੱਟ ਜਾਵਾਂਗਾ। ਦਰਅਸਲ ਇਹ ਗ੍ਰੰਥੀ ਜਥੇਦਾਰ ਹਰਮੰਦਰ ਸਾਹਿਬ ਦੇ, ਉਹਨਾਂ ਦਾ ਰੁਤਬਾ। ਇੱਕ ਰੁਤਬਾ ਹੋਰ ਦੱਸਣਾ ਚਾਹਾਂਗਾ, ਅਕਾਲੀ ਫੂਲਾ ਸਿੰਘ ਵੀ ਇਸ ਸਥਾਨ ਦੇ ਉੱਤੇ ਰਹੇ ਆ, ਉਹ ਵੀ ਰਹੇ ਆ। ਔਰ ਉਹਨਾਂ ਨੇ ਇੱਕ ਵਾਰੀ ਇੱਕ ਮੰਗ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਕੋਲੋਂ। ਗ੍ਰੰਥੀ ਸਿੰਘ ਮੰਗਦਾ ਕੀ ਹੈ, ਜੇ ਗ੍ਰੰਥੀ ਨੇ ਰਾਜੇ ਕੋਲੋਂ ਮੰਗਣਾ, ਕੀ ਮੰਗਦਾ? ਉਹਨੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਮੰਗ ਕੀਤੀ, ਮਹਾਰਾਜਾ ਸਾਹਿਬ ਮਿਹਰਬਾਨੀ ਕਰੋ, ਇਹ ਜਿਹੜੀ ਜਮਰੌਦ ਦੀ ਜੰਗ ਹੈ, ਮੈਨੂੰ ਕੱਲੇ ਨੂੰ ਇਜਾਜ਼ਤ ਦਿਓ, ਮੈਂ ਕੱਲਾ ਜਾਵਾਂਗਾ। ਹਾਲਾਂ ਫੌਜਾਂ ਆਮੋ ਸਾਹਮਣੇ ਹੈ, ਮੈਂ ਕੱਲਾ ਜਾਵਾਂਗਾ। ਔਰ ਇਹ ਇਤਿਹਾਸ ਵਿੱਚ ਅੰਕਿਤ ਹੈ ਕਿ ਉਹ ਫੌਜਾਂ ਆਮੋ ਸਾਹਮਣੇ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ
ਅਕਾਲੀ ਫੂਲਾ ਸਿੰਘ ਜੀ ਉਹ ਕਹਿੰਦਾ ਹੈ ਘੋੜੇ ਦੇ ਉੱਤੇ ਬੈਠੇ, ਹਾਥੀ ਦੇ ਉੱਤੇ ਬੈਠੇ ਹੈ ਔਰ ਰਮਾ ਰਮੀ ਤੁਰ ਰਹੇ ਹੈ ਦੂਜੇ ਪਾਸੇ ਦੁਸ਼ਮਣ ਦੀਆਂ ਫੌਜਾਂ ਵੱਲ। ਇੱਕ ਲਾਈਨ ਲਿਖੀ ਹੈ ਕਾਦਰ ਯਾਰ ਨੇ, ਕਹਿੰਦਾ ਕਾਦਰ ਯਾਰ ਸਰਦਾਰ ਬੇਖੌਫ ਬੈਠਾ ਜਿਵੇਂ ਫਿਰੇ ਲਾਹੌਰ ਦੀ ਸੈਰ ਕਰਦਾ। ਇਹ ਰੁਤਬਾ ਸੀਗਾ। ਫਿਰ ਅਸੀਂ ਜੇ ਅੱਗੇ ਜਾਈਏ ਉਸ ਹਰਮੰਦਰ ਸਾਹਿਬ ਦੇ ਅੰਦਰ, ਜਦੋਂ ਦਰਸ਼ਨੀ ਡਿਓੜੀ ਦੇ ਬਾਹਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਭਾਈ ਬਾਲਾ ਜੀ ਦੀ ਤਸਵੀਰ ਉੱਤੇ ਲੱਗੀ ਹੈ ਸੋਨੇ ਦੇ ਵਿੱਚ, ਉਹ ਰਾਗੀਆਂ ਦੀ, ਉਹ ਦੱਸ ਰਹੀ ਹੈ ਕਿ ਅੰਦਰ ਕੀ ਹੋ ਰਿਹਾ। ਔਰ ਜਿੱਥੇ ਰਾਗੀ ਬੈਠੇ ਹੈ ਉਹਨਾਂ ਦਾ ਮੂੰਹ ਗੁਰੂ ਗ੍ਰੰਥ ਸਾਹਿਬ ਵੱਲ ਹੈ, ਉਹ ਗੁਰੂ ਗ੍ਰੰਥ ਸਾਹਿਬ ਨੂੰ ਕੀਰਤਨ ਸੁਣਾ ਰਹੇ ਹੈ। ਤਸਵੀਰਾਂ ਦੇ ਵਿੱਚ ਵੀ ਇਹੀ ਹੈ, ਭਾਈ ਮਰਦਾਨਾ ਜੀ ਦਾ ਮੂੰਹ ਗੁਰੂ ਸਾਹਿਬ ਵੱਲ ਹੈ। ਇਹ ਬੜੀ ਵੱਡੀ ਗੱਲ ਹੈ। ਅਸਲ ਵਿੱਚ ਅਸੀਂ ਥੋੜਾ ਜਿਹਾ ਉਕਾਈ ਕਰ ਗਏ ਹਾਂ ਬਾਹਰਲੇ ਦੇਸ਼ਾਂ ਦੇ ਵਿੱਚ, ਔਰ ਸ਼ਾਇਦ ਹਿੰਦੁਸਤਾਨ 'ਚ ਵੀ ਸ਼ੁਰੂ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪੈਰਲਲ ਮੁਕਾਬਲੇ ਦੇ ਉੱਤੇ ਅਸੀਂ ਉਹ ਸਟੇਜ ਜਿਹੜੀ ਹੈ ਰਾਗੀਆਂ ਦੀ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਬੜੀ ਵੱਡੀ ਬੇਹੁਰਮਤੀ ਹੈ। ਉਹ ਤਰੀਕਾ ਉਹੀ ਹੋਣਾ ਚਾਹੀਦਾ ਹੈ ਜਿਹੜਾ ਹਰਮੰਦਰ ਸਾਹਿਬ ਦਾ ਹੈ। ਇੱਕ ਗੱਲ ਹੋਰ, ਹਰਮੰਦਰ ਸਾਹਿਬ ਰਾਗਾਂ ਦਾ ਕੇਂਦਰ ਹੈ, ਬਲਕਿ ਰਾਗਾਂ ਦਾ ਵਿਸ਼ਵ ਕੇਂਦਰ ਬਣਨਾ ਚਾਹੀਦਾ ਹੈ। ਭਾਈ ਨਿਰਮਲ ਸਿੰਘ ਜੀ ਕਹਿੰਦੇ ਸੀ ਮੇਰੇ ਨਾਲ ਬਹੁਤ ਅੱਛੇ ਰਾਗੀ ਆਏ, ਰਬਾਬੀ ਆਏ, ਉਹ ਕਹਿਣ ਲੱਗੇ ਜਿਹੜਾ ਪਹਿਲੇ ਰਾਗ ਸੀ, ਜਿਹੜੇ ਰਾਗ ਤੇ ਆਧਾਰਿਤ ਸੀ, ਉਹ ਮੈਨੂੰ ਮਿਲ ਨਹੀਂ ਰਿਹਾ। ਰਵਿੰਦਰਨਾਥ ਟੈਗੋਰ ਨੇ ਵੀ ਕਿਹਾ, ਕਹਿੰਦਾ ਮੈਂ ਹਰਮੰਦਰ ਸਾਹਿਬ ਆਇਆ, ਮੈਂ ਇੱਥੋਂ ਇੱਕ ਚੀਜ਼ ਚੋਰੀ ਕਰਕੇ ਲੈ ਜਾਣਾ ਚਾਹੁੰਦਾ, ਪਰ ਹਰਮੰਦਰ ਸਾਹਿਬ ਹੈ ਇਸ ਕਰਕੇ ਚੋਰੀ ਨਹੀਂ ਕਰ ਸਕਦਾ। ਕਿਸੇ ਨੇ ਪੁੱਛਿਆ ਤੂੰ ਕੀ ਲੈ ਜਾਣਾ ਚਾਹੁੰਦਾ, ਕਹਿੰਦਾ ਮੈਂ ਇੱਥੋਂ ਦੇ ਰਾਗੀ ਲੈ ਜਾਣਾ ਚਾਹੁੰਦਾ ਹੈਗਾ। ਇਹ ਰਾਗੀਆਂ ਦਾ ਇਤਨਾ ਵੱਡਾ, ਉਹ ਹਜ਼ੂਰ ਦੇ ਰਾਗੀ ਹੈ, ਉਹਨਾਂ ਨੇ ਹਜ਼ੂਰ ਦੀ ਜਿਹੜੀ ਹੈ ਉਸਤਤ ਕਰਨੀ ਹੈ। ਜੇ ਅਸੀਂ ਉਹ ਹਰਮੰਦਰ ਸਾਹਿਬ ਦੀ ਫਿਰ ਪਰਿਕਰਮਾ ਕੀਤੀ ਜਾਂਦੀ ਹੈ। ਦੋ ਪਰਿਕਰਮਾ, ਇੱਕ ਪਰਿਕਰਮਾ ਬਾਹਰਲੀ ਹੈ, ਇੱਕ ਪਰਿਕਰਮਾ ਅੰਦਰ ਦੀ ਹੈ। ਪਰਿਕਰਮਾ ਕੁਦਰਤ ਦਾ ਨਿਯਮ ਹੈ, ਵਾਰਨੇ ਜਾਣਾ। ਇਹਦੇ ਬਾਅਦ ਅਗਰ ਅਸੀਂ ਬਾਹਰ ਆਈਏ, ਫਿਰ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਇੱਕ ਸਥਾਨ ਹੈ ਬਾਬਾ ਗੁਰਬਖਸ਼ ਸਿੰਘ ਦਾ। ਅਬਦਾਲੀ ਦੇ ਹਮਲੇ ਵੇਲੇ ਅਬਦਾਲੀ ਛਿੱਥਾ ਸੀਗਾ, ਉਹ ਜਦੋਂ ਪਿੱਛਾ ਕਰਦਿਆਂ ਉਹ ਹਰਮੰਦਰ ਸਾਹਿਬ ਆਇਆ ਤੇ ਉੱਥੇ ਉਹਨੇ ਦੇਖਿਆ ਕਿ ਬਿਲਕੁਲ ਖਾਲੀ ਹੈ, 30-35 ਹਜ਼ਾਰ ਦੀ ਫੌਜ ਸੀ। ਪਰ ਇਹ ਕਿਤਨਾ ਕਮਾਲ ਦਾ ਇਤਿਹਾਸ ਹੈ। ਬਾਬਾ ਗੁਰਬਖਸ਼ ਸਿੰਘ ਨਿਹੰਗ ਦੇ ਨਾਲ 30-35 ਸਿੱਖ ਸੀਗੇ, ਉਧਰੋਂ 35 ਹਜ਼ਾਰ ਦੀ ਫੌਜ ਹੈ, ਇਹ 30-35 ਸਿੱਖ ਸੀਗੇ। ਉਹਨਾਂ ਨੇ, ਬਾਬਾ ਜੀ ਨੇ ਕਿਹਾ ਹੁਣ ਮੌਕਾ ਆ ਗਿਆ। ਜਿਹੜੀ ਗੁਰੂ ਅਰਜਨ ਦੇਵ ਜੀ ਕਹਿੰਦੇ ਸੀ ਨਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਅੱਜ ਉਹਦੇ ਤੇ ਪੂਰਾ ਉਤਰਨ ਦਾ ਮੌਕਾ ਆ ਗਿਆ। ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰਦਰ ਤਲੀ ਗਲੀ ਮੇਰੀ ਆਓ, ਅੱਜ ਉਹ ਮੌਕਾ ਹੈ। ਆਓ ਬਰਾਤੀ ਇਕੱਠੇ ਹੋਈਏ। ਵਿੱਚੋਂ ਇੱਕ ਸਿੱਖ ਬੋਲਿਆ, ਕਹਿੰਦਾ ਬਾਬਾ ਜੀ ਬਰਾਤੀ ਤੇ ਹੈਗੇ ਆ, ਪਰ ਲਾੜਾ ਕਿੱਥੇ ਹੈ? ਉਹਨਾਂ ਕਿਹਾ ਲਾੜਾ ਚੁਣੋ। ਕਹਿੰਦੇ ਤੁਹਾਡੇ ਤੋਂ ਚੰਗਾ ਲਾੜਾ ਕਿਹੜਾ ਹੈ? ਕਹਿੰਦੇ ਫਿਰ ਇਸ ਲਾੜੇ ਨੂੰ ਸਿਹਰਾ ਸਜਾਓ। ਫਿਰ ਉਹ ਸਾਰੇ 35 ਸਿੰਘ ਦਰਬਾਰ ਸਾਹਿਬ ਗਏ। ਅੰਦਰ ਜਾ ਕੇ ਉਹਨਾਂ ਨੇ ਉੱਥੇ ਜਾ ਕੇ ਦਰਬਾਰ ਸਾਹਿਬ ਤੋਂ ਉਹ ਸਿਹਰੇ ਲਏ ਔਰ ਬਾਬਾ ਗੁਰਬਖਸ਼ ਸਿੰਘ ਨੂੰ ਸਜਾ ਦਿੱਤੇ। ਬਾਬਾ ਗੁਰਬਖਸ਼ ਸਿੰਘ ਕਹਿੰਦੇ ਹੁਣ ਸਰਬਾਲਾ ਵੀ ਆ ਜਾਓ, ਸਰਬਾਲਾ ਵੀ ਆਓ। ਫਿਰ ਸਾਰੇ ਬਰਾਤੀ ਆਓ। ਔਰ ਜਿਸ ਵੇਲੇ ਹਮਲਾ ਹੋਇਆ, ਉਹ ਜਿਸ ਤਰੀਕੇ ਦੇ ਨਾਲ ਜੂਝੇ ਹੈਗੇ ਆ, ਉਹਦੇ ਤੇ ਜੋ ਉਹਦਾ ਇਤਿਹਾਸਕਾਰ ਹੈ ਨੂਰ ਮੁਹੰਮਦ, ਉਹ ਲਿਖਦਾ ਹੈ, ਕਹਿੰਦਾ ਕਿਸੇ ਸਿੱਖ ਦੇ ਉੱਤੇ ਸ਼ਿਕਨ ਨਹੀਂ ਸੀ, ਡਰ ਨਹੀਂ ਸੀ, ਕੋਈ ਮੌਤ ਦਾ ਡਰ ਨਹੀਂ ਸੀਗਾ। ਉਹ ਜਿਹੜੀ ਉਹਨਾਂ ਦੀ ਯਾਦਗਾਰ ਸੀ, ਜਿੱਥੇ ਅੰਗੀਠਾ ਸਾਹਿਬ ਸੀ, ਜਿੱਥੇ ਉਹਨਾਂ 30-35 ਸਿੱਖਾਂ ਦਾ ਸ਼ਹੀਦਗੰਜ ਬਣਿਆ ਸੀ, ਜਿੱਥੇ ਸ਼ਹਾਦਤ ਦਿੱਤੀ, ਸੰਸਕਾਰ ਕੀਤਾ ਗਿਆ, ਸਮਝ ਨਹੀਂ ਆਉਂਦੀ, ਉਹਨੂੰ ਵੀ ਸ਼ਿਫਟ ਕਰ ਦਿੱਤਾ ਗਿਆ। ਸ਼ਿਫਟ ਇਸ ਕਰਕੇ ਕੀਤਾ, ਅਕਾਲ ਤਖਤ ਵੱਡਾ ਕਰਨਾ। ਉਹ ਤੇ ਆਪ ਵੱਡਾ, ਉਹਨੂੰ ਕਿਉਂ ਵੱਡਾ ਕਰਨਾ? ਉਸ ਨੂੰ ਕਿਵੇਂ ਵੱਡਾ ਕੀਤਾ ਜਾ ਸਕਦਾ? ਉਹ ਤਾਂ ਬਹੁਤ ਵੱਡਾ ਹੈ, ਗੁਰੂ ਸਾਹਿਬ ਦਾ ਬਣਾਇਆ, ਉਹਦੀ ਕੁਰਸੀ ਗੁਰੂ ਸਾਹਿਬ ਦੀ ਬਣਾਈ ਹੈ, ਪਰ ਉਹਨੂੰ ਸ਼ਿਫਟ ਕਰ ਦਿੱਤਾ। ਖੈਰ, ਉਹਦੇ ਅੱਗੇ ਜਾਈਏ ਤੇ ਨਾਲ ਥੜਾ ਸਾਹਿਬ ਹੈ। ਉਹ ਥੜਾ ਸਾਹਿਬ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਜੀ ਆਏ। ਉਸ ਵੇਲੇ ਜਿਹੜੇ ਹਰਜੀ ਸੋਢੀ ਸਨ, ਉਹਨਾਂ ਨੇ ਉਹ ਕਿਰਾਏ ਦੇ ਢਾਡੀ ਲੈ ਕੇ ਗਵਾਉਂਦੇ ਸੀ, ਹੂੰ ਹਾਂ ਕਿ ਹਰਜੀ ਹਾਂ ਮੇਰਾ ਲੋਚਦਾ ਮੈਂ ਅੰਮ੍ਰਿਤਸਰ ਨੂੰ ਜਾ। ਉੱਥੇ ਉਹਨਾਂ ਨੇ ਕਿਵਾੜ ਬੰਦ ਕਰ ਲਏ। ਗੁਰੂ ਤੇਗ ਬਹਾਦਰ ਜੀ ਉਸ ਸਥਾਨ ਦੇ ਉੱਤੇ ਬੈਠੇ, ਉਸ ਸਥਾਨ ਤੋਂ ਉਹ ਵਾਪਸ ਗਏ। ਜ਼ਰਾ ਸੋਚੋ, ਥੋੜਾ ਜਿਹਾ ਅੰਦਾਜ਼ਾ ਲਗਾਓ, ਜਿਸ ਸਥਾਨ ਲਈ ਗੁਰੂ ਨਾਨਕ ਦੇਵ ਜੀ ਨੇ ਚੋਣ ਕੀਤੀ, ਸਾਰੇ ਗੁਰੂ ਸਾਹਿਬ ਉੱਥੇ ਬਿਰਾਜਮਾਨ ਹੁੰਦੇ ਰਹੇ,
ਉਹਦੇ ਵੱਲ ਮੁੜਦਿਆਂ ਹੋਇਆਂ ਕਿਹੜੀਆਂ ਹਸਰਤ ਭਰੀਆਂ ਨਿਗਾਹਾਂ ਨਾਲ ਉਹ ਵੇਖਦੇ ਜਾਂਦੇ ਹੋਣਗੇ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ मैं भी सुदासर जामने की भावनी रखता हूं, मेरा भी दिल करता है मैं भी जावां, मैं उत्थे जाके मैं भी दर्शन करा। सो ये सारा जिहड़ा हैगा इत्थों हो अच्छा, के ਉੱਥੇ ਦੀ ਇੱਕ ਘਟਨਾ ਜਿਹੜੀ, ਕਿਉਂਕਿ ਮੇਰੇ ਕੋਲ ਅੱਜ ਸਵਾਲ ਕੋਈ ਨਹੀਂ, ਜਿੰਨੇ ਤੁਸੀਂ ਤਰਤੀਬ ਨਾਲ ਬਰਤਾਂਤ ਸੁਣਾ ਰਹੇ ਹੋ ਮੈਂ ਤਾਂ ਮੰਤਰ ਮੁਗਧ ਸੀ, ਪਰ ਮੈਨੂੰ ਉਹ ਜ਼ਰੂਰ ਪੁੱਛਣਾ ਹੈ ਕਿ ਜਿਹੜਾ ਅੰਬਰਸਰੀਏ ਅੰਦਰ ਸੜੀਏ ਇਹ ਕੀ ਹੈ? ਹਾਂਜੀ, ਉਹ ਜਿਸ ਵੇਲੇ ਬਿਲਕੁਲ ਬਿਲਕੁਲ ਇਹ ਕੁਦਰਤੀ ਤੌਰ ਦੇ ਉੱਤੇ ਹੁੰਦਾ ਰਿਹਾ। ਕਈ ਵਾਰੀ ਅੰਮ੍ਰਿਤ ਸਰੋਵਰ ਦੇ ਦੁਆਲੇ ਜਿਵੇਂ ਕੇਲੇ ਮੁੱਢ ਕਰੀਰ ਵੀ ਹੋ ਜਾਂਦੀ ਹੈ, ਹੋ ਜਾਂਦਾ ਹੈਗਾ, ਇਹ ਹੋ ਜਾਂਦਾ ਹੈ, ਗੁਰਬਾਣੀ ਵੀ ਕਹਿੰਦੀ ਹੈ। ਤੇ ਉਹ ਸਰੋਵਰ ਦੇ ਦੁਆਲੇ ਕਈ ਵਾਰ ਮਸੰਦ ਇਕੱਠੇ ਹੋ ਜਾਂਦੇ ਆ, ਇਹ ਹੁੰਦਾ ਰਿਹਾ, ਇਹਦੇ ਚ ਕੋਈ ਅਤਕਥਨੀ ਨਹੀਂ ਹੈ। ਉਹ ਜਿਹੜੇ ਮਸੰਦ ਸੀਗੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਨਹੀਂ ਆਣ ਦਿੱਤਾ, ਉਹਨਾਂ ਨੂੰ ਖਤਰਾ ਸੀ ਜੇ ਉਹ ਆਣਗੇ ਤੇ ਸਿੱਖ ਆ ਜਾਣਗੇ। ਉਹਨਾਂ ਨੇ ਫਿਰ ਦਰਵਾਜ਼ੇ ਬੰਦ ਕਰਤੇ। ਉੱਥੇ ਸਤਿਗੁਰਾਂ ਨੇ ਬਚਨ ਕੀਤੇ ਸੀ, ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਕੀ ਅੰਤਰ ਸੜੀਏ, ਇਹ ਮਸੰਦ ਅੰਮ੍ਰਿਤਸਰ ਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਆ। ਪਰ ਉਹ ਰਾਜਨੀਤਿਕ ਬੰਦੇ ਸੀ, ਚਾਲਾਕ ਸੀਗੇ, ਉਹਨਾਂ ਨੇ ਮਸ਼ਹੂਰ ਕਰ ਦਿੱਤਾ ਕਿ ਗੁਰੂ ਸਾਹਿਬ ਕਹਿ ਗਏ ਹੈ ਅੰਮ੍ਰਿਤ ਸਰੀਏ ਅੰਦਰ ਸੜੀਏ, ਹੈ ਜੀ, ਮਾਈਆਂ ਰੱਬ ਰਜਾਈਆਂ। ਸੋ ਇਹ ਕਿਸਮ ਦੀ ਉਸ ਚੀਜ਼ ਨੂੰ ਜਿਹੜਾ ਕਰਨ ਦਾ। ਮੈਂ ਫਿਰ ਤੁਰਾਂ ਥੋੜਾ ਜਿਹਾ ਤੇਜ਼ੀ ਨਾਲ, ਦਰਸ਼ਨ ਕਰਦੇ ਹਾਂ, ਯਾਤਰਾ ਕਰਦੇ ਹਾਂ, ਉੱਥੋਂ ਅਸੀਂ ਅੱਗੇ ਆਉਂਦੇ ਹਾਂ 1984 ਦੇ ਵਿੱਚ ਜਿਹੜੇ ਸਿੰਘ ਜੂਝੇ ਹੈ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਵਿੱਚ, ਉਹਨਾਂ ਦੀ ਯਾਦ ਵਿੱਚ ਫਿਰ ਇੱਕ ਗੁਰਦੁਆਰਾ ਬੁੰਗਾ ਸਾਹਿਬ ਉੱਥੇ ਬਣਿਆ ਹੈਗਾ। ਉਹਦੇ ਪਹਿਲਾਂ ਜਿੱਥੇ ਅਕਾਲ ਤਖਤ ਸਾਹਿਬ ਦਾ ਆਰਜ਼ੀ ਦਫ਼ਤਰ ਹੁੰਦਾ ਸੀਗਾ, ਦੋ ਨਿਸ਼ਾਨ ਸਾਹਿਬ ਦੇ ਵਿਚਕਾਰ, ਸਾਡੇ ਲਈ ਬੜੀ ਨਮੋਸ਼ੀ ਹੈ, ਬਹੁਤ ਨਮੋਸ਼ੀ ਦੀ ਗੱਲ ਹੈ। ਜਨਵਰੀ 1986 ਚ ਅਕਾਲੀ ਸਰਕਾਰ ਵੇਲੇ, ਉੱਥੇ ਅਕਾਲੀ ਸਰਕਾਰ ਵੇਲੇ ਗੋਲੀਆਂ ਚਲਾਈਆਂ ਪੁਲਿਸ ਨੇ, ਉਹ ਨਿਸ਼ਾਨ ਅਜੇ ਵੀ ਲੱਗੇ ਹੋਏ ਆ। ਇਹ ਵੀ ਬੜੀ ਬੜੀ ਇੱਕ, ਯਾਨੀ ਕਿ ਹਕੂਮਤ ਜਿਹੜੀ ਮਰਜ਼ੀ ਆ ਜਾਏ, ਉਹ ਸ਼ਾਇਦ ਪਤਾ ਨਹੀਂ ਸਾਡੇ ਨਾਲ ਇਹ ਤਰਾਸਦੀ ਰਹੀ ਹੈ। ਫਿਰ ਉਸ ਦੇ ਬਾਅਦ ਅੱਗੇ ਤੁਰਦੇ ਆ, ਵੇਰ ਬਾਬਾ ਬੁੱਢਾ ਜੀ ਦੀ ਹੈ, ਜਿੱਥੇ ਬੈਠ ਕੇ ਬਾਬਾ ਬੁੱਢਾ ਜੀ ਸੇਵਾ ਕਰਾਂਦੇ। ਉਸ ਤੋਂ ਪਹਿਲੇ ਮੈਂ ਭੁੱਲ ਗਿਆ, ਜਿਹੜੀ ਲਾਚੀ ਬੇਰ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ, ਉਹ ਜਗ੍ਹਾ ਉੱਥੇ ਲਾਚੀਆਂ ਵਰਗੇ ਬੇਰ ਲੱਗਦੇ ਸੀ, ਉਹਨੂੰ ਲਾਚੀ ਬੇਰ ਕਹਿੰਦੇ ਆ। ਉਸ ਸਥਾਨ ਦੇ ਉੱਤੇ ਗੁਰੂ ਅਰਜਨ ਦੇਵ ਜੀ ਬੈਠਿਆ ਕਰਦੇ ਸੀ, ਸੇਵਾ ਕਰਾਂਦੇ ਸੀ, ਭਾਈ ਸਾਲੋ ਜੀ ਕਰਾਂਦੇ ਸੀਗੇ। ਇਹੀ ਜਗ੍ਹਾ ਜਿੱਥੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸਾ ਰੰਗੜ ਨੂੰ ਵੱਢਣ ਵੇਲੇ ਉੱਥੇ ਘੋੜੇ ਬੰਨੇ ਸੀਗੇ। ਇਹ ਹੈ। ਪਰ ਅਸੀਂ ਜਦੋਂ ਫਿਰ ਅੱਗੇ ਤੁਰਦੇ ਹਾਂ, ਬੇਰ ਬਾਬਾ ਬੁੱਢਾ ਜੀ ਦੀ ਉੱਥੋਂ ਜਾਂਦੇ ਹਾਂ, ਤੇ ਭੌਰ ਸਾਹਿਬ ਦੇ ਦੱਸਣ ਮੁਤਾਬਕ ਪੌੜੀਆਂ ਦੇ ਥੱਲੇ ਕੁਛ ਟਾਈਲਾਂ ਹੈਗੀਆਂ, ਉਹ ਭੌਰ ਸਾਹਿਬ ਦੇ ਮੁਤਾਬਕ 84 ਦੇ ਵਿੱਚ ਖੂਨ ਨਾਲ ਰਚੀਆਂ ਗਈਆਂ, ਉਹਨਾਂ ਨੂੰ ਮਿਟਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ, ਉਹ ਨਹੀਂ ਮਿਟੀਆਂ ਹੋਈਆਂ। ਹਾਲਾਂਕਿ ਦਰਬਾਰ ਸਾਹਿਬ ਦੇ ਵਿੱਚੋਂ 84 ਦੇ ਹਮਲੇ ਦੇ ਉਹ ਸਾਰੇ ਨਿਸ਼ਾਨ ਬੜੀ ਫੁਰਤੀ ਨਾਲ, ਤੀਬਰਤਾ ਨਾਲ ਮਿਟਾ ਦਿੱਤੇ ਗਏ। ਔਰ ਖਾਸ ਕਰਕੇ ਪਹਿਲਾ ਜਿਹੜਾ ਵੱਡਾ ਪ੍ਰੋਜੈਕਟ ਦਿੱਤਾ ਗਿਆ ਸੀ ਦਿੱਲੀ ਕਮੇਟੀ ਦੇ ਸਾਇੰਦਰਪਾਲ ਸਿੰਘ ਭਾਟੀਆ, ਹਰਚਰਨ ਸਿੰਘ ਕੋਲੇ ਵਾਲੇ, ਉਹਨਾਂ ਨੇ, ਔਰ ਬਾਅਦ ਵਿੱਚ ਇਸ ਨੂੰ ਜਿਹੜਾ ਹੌਲੇ ਸਾਰੀਆਂ ਯਾਦਗਾਰਾਂ, ਹਾਲਾਂਕਿ ਇਹ ਕਿਸਮ ਦਾ ਅਦਾਲਤੀ ਦਸਤਾਵੇਜ਼ ਵੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1000 ਕਰੋੜ ਰੁਪਏ ਹਰਜਾਨੇ ਦਾ ਦਾਅਵੇ ਦਾ ਉਹ ਕੇਸ ਅਜੇ ਕੋਰਟਾਂ ਦੇ ਅਦਾਲਤਾਂ 'ਚ ਪੈਂਡਿੰਗ ਹੈ। ਇਹਨੂੰ ਸਾਂਭਣਾ ਚਾਹੀਦਾ ਸੀ, ਪਰ ਸ਼ਾਇਦ ਕੋਈ ਨਹੀਂ ਹੋਏਗਾ। ਬਿਲਕੁਲ ਇਹ ਕਿਹਾ ਜਾਏਗਾ ਕਿ ਇਹ ਜਿਹੜਾ ਹੈਗਾ ਸੁਣਾਇਆ ਜਾਏਗਾ ਕਿਤਾਬਾਂ 'ਚੋਂ, ਪਰ ਉਸ ਦਾ ਕੋਈ ਵਿਜ਼ੂਅਲ ਜਿਹੜਾ ਉਹ ਨਹੀਂ ਰਹੇਗਾ। ਅਸਲ ਵਿੱਚ ਇਹਦੀ ਕਾਰਨ ਇਹ ਲੱਗਦਾ ਹੈ, ਮੈਨੂੰ ਜੋ ਲੱਗ ਰਿਹਾ, ਮੈਂ ਇੱਕ ਗੱਲ ਸਿੱਧੀ ਦਰਬਾਰ ਸਾਹਿਬ ਨਾਲ ਤੇ ਨਹੀਂ ਜੁੜਦੀ, ਪਰ ਹੈਗੀ ਹੈ ਕਿ 1984 ਦੇ ਬਾਅਦ ਜਦੋਂ ਅਕਾਲੀ ਸਰਕਾਰ ਸੀ, ਇੱਕ ਦਾਲਮ ਕਮੇਟੀ ਬਣੀ ਸੀ, ਨੱਥਾ ਸਿੰਘ ਦਾਲਮ ਦੀ ਅਗਵਾਈ ਵਿੱਚ ਇੱਕ ਕਮੇਟੀ ਬਣੀ ਸੀ ਕਿ ਗੁਰਦੁਆਰਾ ਐਕਟ ਬਣਾਇਆ ਜਾਏ। ਇਹ ਪੁਰਾਣਾ ਐਕਟ ਜਿਹੜਾ ਹੈ, ਜਿਹੋ ਜਿਹਾ ਵੀ ਹੈਗਾ, ਇਹ ਸਾਨੂੰ ਸਰਕਾਰਾਂ ਨੂੰ ਦੁਖੀ ਕਰਦਾ ਹੈ। ਉਹਨਾਂ ਨੇ ਇੱਕ ਦਾਲਮ ਕਮੇਟੀ ਬਣਾਈ ਔਰ ਉਸ ਕਮੇਟੀ ਨੇ ਮੀਟਿੰਗਾਂ ਕੀਤੀਆਂ। ਕੁਝ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ, ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵੱਲੋਂ ਉਹਦੇ ਜਾ ਕੇ ਉਹਨੂੰ ਅਪਰੂਵ ਕੀਤਾ ਗਿਆ। ਉਸ ਦੇ ਵਿੱਚ ਇੱਕ ਬੜੀ ਖਤਰਨਾਕ ਲਾਈਨ ਲਿਖੀ ਗਈ ਕਿ ਗੁਰਦੁਆਰਿਆਂ ਦੇ ਸੈਕੂਲਰਾਈਜੇਸ਼ਨ ਦੀ ਲੋੜ ਹੈ। ਕੀ ਗੁਰਦੁਆਰਾ ਕਦੇ ਸੈਕੂਲਰ ਹੋ ਸਕਦਾ? ਸਵਾਲ ਹੀ ਪੈਦਾ ਨਹੀਂ। ਗੁਰਦੁਆਰਾ ਕਿਵੇਂ ਸੈਕੂਲਰ ਹੋਏਗਾ?
ਰਾਜਨੀਤਿਕ ਬੰਦੇ ਹੋਣਗੇ, ਗੁਰਦੁਆਰਾ ਨਹੀਂ ਹੋ ਸਕਦਾ। ਗੁਰਦੁਆਰੇ ਤਾਂ ਉਸ ਧਰਮ ਦੀ ਉਹਦੀ ਵਿਆਖਿਆ ਕਰਨ ਦਾ ਹੈਗਾ। ਸੋ ਇਸ ਕਰਕੇ ਇਹ ਸਾਰਾ ਜਿਹੜਾ ਬਣਿਆ ਹੋਇਆ ਉਹ ਸਥਾਨ ਹੈ, ਇਹ ਹਰਮੰਦਰ ਸਾਹਿਬ ਦੀ ਮਰਿਆਦਾ, ਉਹਦੀ ਅੰਦਰ ਦੀ ਮਰਿਆਦਾ, ਅੰਦਰ ਜੋਤ ਜਗਦੀ ਸੀ, ਜੋਤ ਜਗਣੀ ਨਿਸ਼ਾਨੀ ਸੀਗੀ ਕਿ ਇੱਥੇ ਜੋਤ ਜਗ ਰਹੀ ਹੈ। ਅੱਜ ਵੀ ਗੇਟਵੇ ਆਫ ਇੰਡੀਆ ਤੇ ਵੀ ਹੈ, ਓਲੰਪਿਕ ਫਲੇਮ ਵੀ ਹੈ, ਇੱਥੇ ਲਿਬਰਟੀ ਆਫ ਫਲੇਮ ਵੀ ਹੈ ਜਿਹੜੀ ਨਿਊਯਾਰਕ ਦੇ ਵਿੱਚ ਹੈ, ਫਰਾਂਸ ਦੇ ਪੈਰਿਸ ਦੇ ਵਿੱਚ ਵੀ ਹੈ। ਇਹ ਇੱਕ ਨਿਸ਼ਾਨੀ ਸੀ। ਪਤਾ ਨਹੀਂ ਕਿਉਂ ਹਰਮੰਦਰ ਸਾਹਿਬ ਦੀ ਉਹ ਜੋਤ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦੀ ਸੀ, ਉਹਨੂੰ ਪਿੱਛੇ ਪਰਦੇ ਓਲੇ ਕਰ ਦਿੱਤਾ ਗਿਆ ਜੀ। ਇਹ ਉਹਦੀ ਅੰਦਰ ਦੀ ਯਾਤਰਾ। ਬਾਕੀ ਤੁਸੀਂ ਕਰੋ, ਫਿਰ ਮੈਂ ਇਤਿਹਾਸ ਥੋੜਾ ਜਿਹਾ ਇਹਦਾ ਜ਼ਰੂਰ ਤੁਹਾਡੇ ਨਾਲ। ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਕਾਫੀ ਅੱਗੇ ਨਿਕਲ ਆਏ ਆ, ਸਮਾਂ ਬਹੁਤ ਹੋ ਗਿਆ। ਸਿਰਫ ਜੇ ਕੋਈ 1-2 ਮਿੰਟ ਤੁਸੀਂ ਗੱਲ ਕਹਿਣੀ ਆ ਤਾਂ ਮੈਨੂੰ ਲੱਗਦਾ, ਨਹੀਂ ਤੇ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਇਤਿਹਾਸ ਤੇ ਜਾਵਾਂਗੇ। ਇਹ ਅਸੀਂ 30 ਮਿੰਟ ਤੋਂ ਜ਼ਿਆਦਾ ਨਿਕਲ ਆਏ ਆ ਤੇ ਮੈਨੂੰ ਇੰਝ ਲੱਗਦਾ ਕਿ ਕੋਈ ਆਖਰੀ ਗੱਲ ਇਹਦੇ ਵਿੱਚ ਤੁਸੀਂ ਜੋੜਨੀ ਚਾਹੋ। ਇਸ ਸੈਗਮੈਂਟ ਨੂੰ ਅਸੀਂ ਦਰਸ਼ਨ ਇਸ਼ਨਾਨ ਤੱਕ ਹੀ ਰੱਖ ਲਈਏ, ਯਾਤਰਾ ਤੱਕ। ਠੀਕ ਹੈ, ਇਹਦੀ ਯਾਤਰਾ ਤੱਕ ਅਸੀਂ ਕਰ ਲੈਣੇ ਹੈਗੇ ਆ, ਹੈ ਨਾ ਜੀ। ਉਹਦੇ ਬਾਅਦ ਫਿਰ ਅਸੀਂ ਕਰ ਲਵਾਂਗੇ। ਅਖੀਰ ਵਿੱਚ ਮੈਂ ਜ਼ਿਆਦਾ ਤੇ ਨਹੀਂ ਕਹਿ ਸਕਦਾ ਹੈਗਾ ਕਿ ਇਹਦੇ ਦੁਆਲੇ ਬੜਾ ਕੁਝ ਵਾਪਰਿਆ, ਕਿਵੇਂ ਹਮਲੇ ਹੋਏ, ਕਿਵੇਂ ਇਸ ਦੀ ਇਹਨੂੰ ਅਜ਼ਮਤ ਲਈ, ਇਹਦੀ ਰਾਖੀ ਲਈ ਇੱਥੋਂ ਸਾਰਾ ਕੁਝ ਸਿੱਖ ਜਾਨਾਂ ਹੂਲ ਕੇ, ਉਹਨਾਂ ਦਾ ਸਿਰਫ ਇੱਕੋ ਇੱਕ ਹੁੰਦਾ ਸੀਗਾ, ਭਾਵੇਂ ਮੁਗਲਾਂ ਦਾ ਰੂਲ ਸੀ, ਭਾਵੇਂ ਕੋਈ ਸੀ, ਭਾਵੇਂ ਮੱਸਾ ਰੰਗੜ ਵੇਲੇ ਸੀ, ਕਿ ਕਿਸੇ ਤਰੀਕੇ ਨਾਲ ਜਾ ਕੇ ਅੰਮ੍ਰਿਤਸਰ ਜੀ ਦੇ ਇਸ਼ਨਾਨ ਕਰੀਏ। ਅਸੀਂ ਸਰੋਵਰ ਦੇ ਅੰਮ੍ਰਿਤਸਰ ਜੀ ਦੇ ਇਸ਼ਨਾਨ ਹੈ, ਅੰਮ੍ਰਿਤਸਰ ਸਰੋਵਰ ਹੈ, ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਕਰਨੇ ਹੈ। ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਨਹੀਂ ਕਰਨੇ, ਅਸੀਂ ਸ਼ਾਵਰ ਦੇ ਦਰਸ਼ਨ ਨਹੀਂ ਕਰਨੇ, ਉਹਦੇ ਥੱਲੇ ਬਹਿਣਾ ਪੈਂਦਾ ਹੈਗਾ। ਸੋ ਇਹ ਇੱਕ ਬੜਾ ਬੁਨਿਆਦੀ ਜਿਹਾ ਨੁਕਤਾ ਹੈਗਾ। ਹਾਂ, ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ, ਕੀਰਤਨ ਹੋਏਗਾ, ਕਥਾ ਹੋਏਗੀ, ਉਹ ਸਾਰਾ ਕੁਝ ਸੁਣਨਾ ਹੈਗਾ। ਅਖੀਰ ਦੇ ਵਿੱਚ ਇੱਕ ਗੱਲ ਹੈ ਮੈਂ ਜ਼ਰੂਰ ਕਹਿਣੀ ਚਾਹਾਂਗਾ, ਇੰਨਾ ਜ਼ੁਲਮ ਹੋ ਗਿਆ, ਇੰਨਾ ਜ਼ੁਲਮ ਹੋਇਆ। ਜਦੋਂ ਅਬਦਾਲੀ ਨੇ ਖਿੱਚ ਕੇ, ਜਦੋਂ ਉਸ ਤੋਂ ਬਾਅਦ ਉਸਨੇ ਫਿਰ ਬਾਰੂਦ ਲਗਾ ਕੇ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ। ਜਦੋਂ ਉਡਾ ਦਿੱਤਾ, ਉਹਦੇ ਬਾਅਦ ਸਰੋਵਰ ਦੇ ਵਿੱਚ ਗਾਈਆਂ ਦੇ ਔਰ ਜਾਨਵਰਾਂ ਦੇ ਕਿੰਗਰੇ ਉਹਨੇ ਭਰ ਦਿੱਤੇ ਔਰ ਉਹਨੇ ਪੂਰਾ ਪੂਰ ਦਿੱਤਾ। ਉਸ ਵੇਲੇ ਫਿਰ ਸਿੱਖ ਜਿਹੜੇ ਸੀ ਨਾ, ਉਹ ਪੜ੍ਹਦੇ ਸੀਗੇ। ਉਹਦੇ ਬਾਅਦ ਉਹਨਾਂ ਨੇ ਸ਼ੁਰੂ ਕੀਤਾ ਕਿ ਇਕੱਠੇ ਹੋਏ, ਸਿੱਖ ਇਕੱਠੇ ਹੋਏ ਤੇ 1762 ਵਿੱਚ ਨੇ ਬਾਰੂਦ ਨਾਲ ਉਡਾਇਆ ਤੇ 1764, 2 ਸਾਲ ਬਾਅਦ ਇੱਕ ਮੋਹਰ ਦਿੱਤੀ ਗਈ ਹਰਮੰਦਰ ਸਾਹਿਬ ਵੱਲੋਂ। ਉਹ ਮੋਹਰ ਲੈ ਕੇ ਜਾਂਦੇ ਸੀ ਸਾਰੇ ਵੱਖ-ਵੱਖ ਥਾਵਾਂ ਤੇ ਹਰਮੰਦਰ ਸਾਹਿਬ ਲਈ। ਉਸ ਮੋਹਰ ਨੂੰ ਗੁਰੂ ਦਾ ਹੁਕਮ ਸਮਝ ਕੇ ਸਿੱਖ ਮਾਇਆ ਦਿੰਦੇ ਸੀਗੇ। ਉਹਦੇ ਨਾਲ ਦੁਬਾਰਾ ਉਸਾਰੀ ਕਰਾਈ ਗਈ। ਇੱਕ ਘਟਨਾ ਜ਼ਰੂਰ ਹੈ, 10 ਅਪ੍ਰੈਲ 1765। ਦੇਖੋ ਕਿੰਨੀ ਛੇਤੀ ਇਤਿਹਾਸ ਮੋੜ ਲੈਂਦਾ। ਸਿੱਖ ਬੈਠਦੇ ਨਹੀਂ, ਚੈਨ ਨਾਲ ਨਹੀਂ ਬਹਿੰਦੇ। 10 ਅਪ੍ਰੈਲ 1765, ਕਿਤਾਬ ਦਾ ਨਾਮ ਹੈਗਾ ਸਮ ਪੇजेस ਫਰਮ ਪੰਜਾਬ ਹਿਸਟਰੀ। ਇਹ ਛਾਪੀ ਹੈ ਲਾਹੌਰ ਪੰਜਾਬ ਯੂਨੀਵਰਸਿਟੀ ਨੇ, ਹਿਸਟਰੀ ਡਿਪਾਰਟਮੈਂਟ ਨੇ। ਇਕਰਾਮ ਅਲੀ ਮਲਕ ਇਹਦਾ ਲਿਖਾਰੀ ਹੈ। ਉਹ ਕਹਿੰਦਾ ਹੈ 10 ਅਪ੍ਰੈਲ 1765 ਨੂੰ ਅਬਦਾਲੀ ਦੇ ਜਾਣ ਦੇ 3 ਸਾਲ ਬਾਅਦ ਸਿੱਖ ਇਕੱਠੇ ਹੁੰਦੇ ਆ ਔਰ ਉਹ ਇਕੱਠੇ ਹੋ ਕੇ ਉੱਥੇ ਮਤਾ ਕਰਦੇ ਆ, ਅਸੀਂ ਕੀ ਕਰੀਏ ਹਰਮੰਦਰ ਸਾਹਿਬ ਦੀ ਰਾਖੀ ਲਈ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਇੱਕ ਸਿੱਖ ਕਹਿੰਦਾ ਜੀ ਇਦਾਂ ਕਰੋ, ਲਾਹੌਰ ਤੇ ਕਬਜ਼ਾ ਕਰ ਲਓ, ਇਹ ਹੱਲ ਹੈ। ਉਹ ਹੈਰਾਨ ਹੋ ਜਾਓਗੇ, ਉਹ ਇਕਰਾਮ ਅਲੀ ਮਲਿਕ ਕਹਿੰਦਾ ਉੱਥੇ ਪਾਸ ਹੋ ਗਿਆ ਔਰ ਸਿੱਖ ਉੱਥੋਂ ਹੀ ਟੁਰ ਪਏ। ਕਹਿੰਦੇ ਘਰ ਵੀ ਕੀ ਚੱਲਣਾ, ਹੁਣੇ ਚੱਲੋ। ਔਰ ਇਕਰਾਮ ਅਲੀ ਮਲਿਕ ਦੀ ਇੱਕ ਲਾਈਨ ਹੈ, ਐਂਡ ਈਜ਼ੀਲੀ ਦ ਸਿੱਖਸ ਕੈਪਚਰਡ ਲਾਹੌਰ ਵਿਦ ਇਨ 7 days। ਔਰ ਉਹ ਅੰਤ ਹੋ ਗਿਆ ਔਰ ਇਹ ਜਿਹੜਾ ਸਿੱਖਾਂ ਦਾ ਰਾਜ ਆ ਗਿਆ। ਦਿਲ ਮੁਹੰਮਦ ਪਸਰੂਰੀ ਹਿੰਦੁਸਤਾਨ ਦਾ ਇਤਿਹਾਸਕਾਰ ਹੈ, ਉਹਨੇ ਕਿਤਾਬ ਲਿਖੀ ਹੈ। ਉਹ ਕਹਿੰਦਾ ਇਹ ਖੁਦਾ ਇਹਦੀ ਅਬਦਾਲੀ ਦੀ ਆਮਦੋ ਰਫਤ ਤੋਂ ਬਚਾਏ। ਇਹਨੇ ਜਿਹੜੇ ਹਮਲੇ ਕੀਤੇ ਹੈ, ਇੱਥੇ ਬਣੀ ਹੋਈ ਮੁਗਲਿਆ ਹਕੂਮਤ ਖਤਮ ਹੋ ਗਈ ਹੈ, ਉਹਦਾ ਸਤਿਆਨਾਸ਼ ਹੋ ਗਿਆ ਔਰ ਇਸ ਕਰਕੇ ਹੋਇਆ ਉਹਦੇ ਹਮਲਿਆਂ ਕਰਕੇ ਇਹ ਲੰਬੇ ਵਾਲਾਂ ਵਾਲੇ ਪਾਗਲ ਸਿੱਖ ਜਿਹੜੇ ਹੈ ਇਹ ਇੱਥੇ ਕਾਬਜ਼ ਹੋ ਗਏ ਹੈ। ਇਸ ਕਰਕੇ ਤੂੰ ਹੁਣ ਮਾਧੀ ਭੇਜ ਜਿਹੜਾ ਇਹਨਾਂ ਦਾ ਸਿੱਖ ਜਿਹੜਾ ਉਹ ਇਹਨਾਂ ਦੇ ਲੰਬੇ ਵਾਲ ਕੈਂਚੀ ਨਾਲ ਖਤਮ ਕਰ ਦੇਵੇ। ਇਹ ਉਸਨੇ ਹਾਲ ਪਾਰਿਆ ਜਿਹੜਾ ਪਾਇਆ ਉਸ ਦੀ ਸੀ ਔਰ ਉਹਦੇ ਬਾਰੇ ਕਿਹਾ ਭਾਗੇ ਜਾ ਰਹੇ ਦੁਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ। ਪਰ ਇਹ ਕਰ ਕਿਉਂ ਸਕੇ?
ਦੁਰਾਨੀ ਬਾਰੇ ਸਿੱਖ ਪੜ੍ਹਦੇ ਸੀ, ਕਹਿੰਦੇ ਇਹ ਗੁਰੂ ਸਾਹਿਬ ਵੀ ਕਹਿ ਗਏ ਆ, ਕਾਬਲ ਤੇ ਕੁੱਤਾ ਮੰਗਵਾऊं ਮੁਗਲੋं ਤਾਈਂ ਤੁੜਾऊं, ਦਿੱਲੀ ਤਖਤ ਉਡਾऊं ਜੜ ਤੇ ਸਿੰਘਨ ਕੋ ਬਿਠਵਾऊं। ਇਹ ਗੁਰੂ ਸਾਹਿਬ ਦਾ ਬਚਨ ਹੈ ਕਿ ਜਿਹਨੇ ਹਰਮੰਦਰ ਸਾਹਿਬ ਦੀ ਕੀਤੀ ਹੈ, ਫਿਰ ਉਹ ਇਹਨਾਂ ਨੂੰ ਆਪਸ ਵਿੱਚ ਹੀ ਕਰਕੇ ਇਹ ਫਿਰ ਸਿੱਖਾਂ ਦੇ ਭਾਗ ਜਗਾਏਗਾ। ਅਖੀਰ ਦੇ ਵਿੱਚ ਰੰਧਾਵਾ ਸਾਹਿਬ ਮੇਰੀਆਂ 2 ਲਾਈਨਾਂ ਆਪਣੀਆਂ ਲਿਖਣ ਦੀ ਕੋਸ਼ਿਸ਼ ਕੀਤੀ ਸੀ, ਉਹ ਮੇਰਾ ਸ਼ਰਧਾ ਜਿਹੜੀ ਹੈ ਇੰਨੀ ਦੂਰ ਬੈਠਿਆਂ ਉਹ ਹੈਗਾ, ਜਿਨ ਹਰਮੰਦਰ ਕੀ ਨਿੰਦਾ ਕਰੀ ਤਿਨ ਘੋਰ ਪਾਪ ਕੀਏ ਨਾ ਕੀਏ, जिन सुधा सर को व्यर्थ कहा तिन घोर नरक एकत्र किए ना किए, जिन चरण गंगा का खंडन किया तिन जीवन जल गंधले किए ना किए, जिन हर की पौड़ी का चुला ना लिया तिन विष्टा कर्म थिया ना थिया, जिन रामदास के दर मस्तक ना धरा तिन पशु जून पड़ा ना पड़ा, जिन दुख पंजनी विखे इशनान ना किया तिन जीवन व्यर्थ किया ना किया। सो हरमंदर साहब नूं उहदे तखयल विच याद करदे आ, उत्थे दी मर्यादा, उत्थे दी कीर्तन। एक बेनती है, इत्थे जे दे सकदा दवे, इथों किसी किस्म दा कोई राजनीतिक निजी लाभ लैण दी ਉਹ ਕੋਸ਼ਿਸ਼ ਨਾ ਕਰੇ। ਇਤਿਹਾਸ ਇਸੇ ਗੱਲ ਦੀ ਸਾਰੀ ਪਰਦਾ ਹੈ। ਔਰ ਜਾਂਦਿਆਂ ਜਾਂਦਿਆਂ ਹਰਮੰਦਰ ਸਾਹਿਬ ਦਾ ਜਿਹੜਾ ਕੀਰਤਨ ਆ ਰਿਹਾ ਹੈ, ਉਹਦੀ ਆਵਾਜ਼ ਇਤਨੀ ਬੁਲੰਦ ਹੋਏ, ਇਹ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਸੀਗਾ ਕਿ ਉੱਥੇ ਟਰਾਂਸਮੀਟਰ ਲੱਗਣਾ ਚਾਹੀਦਾ। ਸਾਰੇ ਸੰਸਾਰ ਵਿੱਚ ਬੈਠਾ ਹਰ ਸਿੱਖ ਹਰ ਵੇਲੇ ਹਰਮੰਦਰ ਸਾਹਿਬ ਨਾਲ ਜੁੜ ਸਕੇ। ਇਹ ਬਹੁਤ ਵੱਡੀ ਸੇਵਾ ਹੋਏਗੀ, ਔਰ ਜੋ ਵੀ ਕਰਾਏਗਾ ਉਹਦੀ ਇਹ ਦੇਣ ਜਿਹੜੀ ਹੈ ਇਤਿਹਾਸ ਦੇ ਵਿੱਚ ਹਮੇਸ਼ਾ ਅੰਕਿਤ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਲਫ਼ਜ਼ ਆਪਣੇ ਹੈ, ਕੋਈ ਕਿਸੇ ਕਿਸਮ ਦੀ ਹੋਏ ਉਹ ਮਾਫੀ ਦਾ ਖਾਸਗਾਰ। ਬਹੁਤ ਬਹੁਤ ਧੰਨਵਾਦ। ਥੈਂਕ ਯੂ।